हर हर नाम अतोलक पाया। तेरी भगत भरे भंडारा। समुंद विरोल शरीर हम देखिया। एक वस्त अनूप दिखाई। गुरु गोविंद गोविंद गुरु है। नानक भेद ना पाई। कहा बुद्ध प्रभ तुच्छ हमारी। बरन सकै महिमा जो तिहारी। हम ना सकत कर सिफत तुम्हारी। आप लेहो तुम कथा सुधारी। हम ना सकत कर सिफत तुम्हारी। आप लेहो तुम कथा सुधारी। श्री वाहिगुरु साहिब जी। आसा महला पंजवा। शांत घर सतवा। एक ओंकार सतगुर प्रसाद। सलोक शुभ चिंतन गोविंद रमण। निर्मल साधु संग। नानक नाम न बिसरो एक घड़ी। कार कृपा भगवंत। शुभ चिंतन गोविंद रमण। वाहिगुरु जी का खालसा वाहिगुरु जी की फतेह। परम सन्मानयोग गुरु रूप गुरु प्यारी खालसा साध संगत जीओ। सतगुरु जी की महान बख्शिश रहमत का सदका गरीब नवाज पतित पावन भगत वत्सल अंतरजामी करुणा निधान गुरु गरीब नवाज। हलत पलत के रखियक धन धन सतगुरु श्री गुरु ग्रंथ साहिब महाराज सच्चे पातशाह जी दे पावन पवित्र हजूरी अंदर अमृत वेड़े तो दीवान सजे सन। सजे हो दीवाना अंदर आप सरबत संगतां हाजरियां भर के लाहे प्राप्त कर रहे हो। आओ सत संगत जी होर भी कोई समा प्यार सत्कार सहित सतगुरु जी के चरणों में बैठ के धन श्री गुरु ग्रंथ साहिब महाराज सिंह जी की लड़ीवार पावन गुरबाणी की कथा नाल जुड़ के लाहे प्राप्त करिए। गरीब नवाज महाराज सच्चे पातशाह जी दे पावन मुख वाक ਹਨ। तिन्हां गुरसिखां नूं जीवन दे अंदर ਵਧਾਈਆਂ ਹਨ जिन्हां ने आलस नूं त्याग के महाराज सच्चे पातशाह जी दी शरण धारण कीती है। सतगुरु जी दे दीदार परसे ਹਨ। शरदा विश्वास रूप कन्ना दे नाल महाराज सिंह जी का जद सरवण किया है। सतगुरु जी के वचन हिरदे अंदर जिन्हां नूं प्यारे लगते हैं महाराज सच्चे पातशाह उन्हां नूं मुबारक कहते हैं। उन्हां गुरसिखां नूं ਵਧਾਈਆਂ ਦਿੰਦੇ आ।
ਕਿੰਨੇ ਵੱਡੇ ਭਾਗ ਹੋਣਗੇ ਤਿੰਨਾਂ ਗੁਰਸਿੱਖਾਂ ਦੇ, ਜਿਨ੍ਹਾਂ ਦੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦਾ ਪਿਆਰ ਲਾ ਕੇ ਸਤ ਸੰਗਤ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕਰਦੇ ਹਨ। ਜੀਵਨ ਦੇ ਅੰਦਰ ਬੜੀ ਵੱਡੀ ਇਹ ਸਾਧ ਸੰਗਤ ਜੀ ਦਾਤ ਹੈ, ਅਮੋਲਕ ਦਾਤ ਹੈ। ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਵਿੱਚ ਬੈਠਣ ਦਾ ਜੋ ਸੁਭਾਗ ਪ੍ਰਾਪਤ ਹੁੰਦਾ ਹੈ, ਬਿਨਾਂ ਭਾਗਾ ਤੋਂ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਨਹੀਂ ਕਦਾਚਿਤ ਵੀ ਪ੍ਰਾਪਤ ਹੋ ਸਕਦੀ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਬਚਨ ਉਚਾਰਨ ਕੀਤੇ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤੇ ਆ। ਜਿਹੜੇ ਗੁਰਸਿੱਖ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੈ ਜਾਂਦੇ ਆ, ਆਪਾ ਭਾਵ ਅਭਾਵ ਕਰਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲੈਂਦੇ ਹਨ। ਉਹਨਾਂ ਗੁਰਸਿੱਖਾਂ ਦੇ ਜਾਣੋ ਕਿ ਸੰਸਾਰ ਭਰ ਦੇ ਤਮਾਮ ਸਭ ਜੀਵਾਂ ਦੇ ਨਾਲੋਂ ਸ਼੍ਰੋਮਣੀ ਤੇ ਪਰਮ ਵੱਡੇ ਭਾਗ ਹਨ। ਤਿਨਾਂ ਦੀ ਸਮਤਾ ਕੋਈ ਸੰਸਾਰ ਅੰਦਰ ਨਹੀਂ ਕਰ ਸਕਦਾ। ਭਾਵੇਂ ਜਿੰਨੇ ਮਰਜ਼ੀ ਕੋਈ ਮਨੁੱਖ ਸੰਸਾਰ ਦੇ ਅੰਦਰ ਸਾਧਨ ਕਰਦਾ ਹੋਵੇ, ਜਿੰਨੀਆਂ ਮਰਜ਼ੀ ਦੇਵੀ ਸ਼ਕਤੀਆਂ ਵੀ ਜੀਵ ਨੂੰ ਪ੍ਰਾਪਤ ਹੋ ਜਾਣ, ਪਰ ਸਤਸੰਗੀ ਪੁਰਸ਼ ਦੀ ਸਮਤਾ ਬਰਾਬਰਤਾ ਕੋਈ ਵੀ ਨਹੀਂ ਕਰ ਸਕਦਾ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ, ਗੁਰਸਿੱਖਾ ਮਨ ਵਧਾਈਆਂ, ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾ ਮਨ ਮਿੱਠਾ। ਜੋ ਗੁਰਸਿੱਖ ਹਨ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਜੀਵਨ ਦੇ ਵਿੱਚ ਕਮਾਈ ਹੈ, ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਪਿਆਰੀ ਸਿੱਖੀ ਦੇ ਨਾਲ ਪਿਆਰ ਹੈ, ਜਿਨ੍ਹਾਂ ਨੂੰ ਗੁਰੂ ਚਰਨਾਂ ਦਾ ਪਿਆਰ ਮਹਾਰਾਜ ਸਾਹਿਬ ਜੀ ਨੇ ਲਾਇਆ ਹੈ, ਉਹ ਫਿਰ ਪਿਆਰ ਦੇ ਨਾਲ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੁਆਰਾ ਸਤਿਗੁਰੂ ਜੀ ਦੇ ਬਚਨ ਨੂੰ ਸੁਣਦੇ ਆ। ਇਹ ਜੀਵਨ ਦੇ ਅੰਦਰ ਬੜੀ ਵੱਡੀ ਅਮੋਲਕ ਦਾਤ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਚਰਨਾਂ ਦਾ, ਗੁਰੂ ਚਰਨਾਂ ਦੇ ਨਾਲ ਪਿਆਰ ਨਾ ਲੱਗਾ ਹੋਵੇ ਤੇ ਸਤਿਗੁਰੂ ਜੀ ਦੇ ਬਚਨਾਂ ਨੂੰ ਐਵੇਂ ਜਾਣ ਕਰਕੇ ਜੀਵ ਸੁਣਨ ਤੋਂ ਵੀ ਬੜਾ ਅਵੇਸਲਾ ਹੁੰਦਾ, ਗੁਰੇਜ਼ ਕਰਦਾ। ਜਿੱਥੇ ਪਿਆਰ ਹੋਵੇ ਸਤ ਸੰਗਤ ਜੀ, ਉੱਥੇ ਸੁਭਾਵਕ ਹੀ ਮਨੁੱਖ ਬੜਾ ਧਿਆਨ ਦੇ ਕਰਕੇ ਇਕਾਗਰ ਚਿਤ ਕਰਕੇ ਵਿਚਾਰਾਂ ਨੂੰ ਸੁਣਦਾ ਹੈ। ਭਾਵੇਂ ਦੁਨਿਆਵੀ ਵੀ ਇਸ ਸੰਸਾਰ ਦੇ ਅੰਦਰ ਜਿਸ ਮਨੁੱਖ ਦੇ ਨਾਲ ਡਾਢਾ ਪਿਆਰ ਹੋਵੇ, ਸ਼ਰਧਾ ਵਿਸ਼ਵਾਸ ਹੋਵੇ, ਉਸ ਦੀ ਗੱਲ ਨੂੰ ਬੜਾ ਕੰਨ ਦੇ ਕਰਕੇ ਸੁਣਿਆ ਜਾਂਦਾ ਹੈ। ਤੇ ਮਹਾਰਾਜ ਕਹਿੰਦੇ, ਜਿਨ੍ਹਾਂ ਗੁਰਸਿੱਖਾਂ ਦਾ ਗੁਰੂ ਚਰਨਾਂ ਦੇ ਨਾਲ ਪਿਆਰ ਲੱਗ ਜਾਂਦਾ ਹੈ, ਸਤਿਗੁਰੂ ਜੀ ਦੇ ਚਰਨਾਂ ਤੇ ਭਰੋਸਾ ਵੱਧ ਜਾਂਦਾ ਹੈ, ਸ਼ਰਧਾ ਮਨ ਵਿੱਚ ਧਾਰਨ ਕਰਕੇ ਉਹ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹਨ। ਤਿੰਨਾਂ ਗੁਰਸਿੱਖਾਂ ਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬੜੇ ਪਿਆਰੇ ਬਚਨ ਉਚਾਰਨ ਕੀਤੇ ਹੈ। ਕਹਿੰਦੇ, ਅਸੀਂ ਤਿੰਨਾਂ ਤੋਂ ਕੁਰਬਾਨ ਜਾਂਦੇ ਹਾਂ, ਜੋ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਮਹਾਰਾਜ ਦੀ ਸਤ ਸੰਗਤ ਵਿੱਚ ਆ ਕੇ ਜੁੜਦੇ ਹਨ। ਸਤਿਗੁਰੂ ਜੀ ਦੀ ਸਤ ਸੰਗਤ ਵਿੱਚ ਜੁੜ ਕੇ ਇੱਕ ਚਿਤ ਹੋ ਕੇ ਪ੍ਰਮਾਤਮਾ ਦਾ ਨਾਮ ਜਪਦੇ ਆ। ਤਿੰਨਾਂ ਗੁਰਸਿੱਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚਲ ਜਾਏ ਜੁੜੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਇੱਕ ਮਨ ਜਿੱਤ ਹੋ ਕਰਕੇ ਜੋ ਪ੍ਰਮਾਤਮਾ ਦਾ ਜਾਪ ਜਪਦੇ ਹਨ। ਭਾਈ ਗੁਰਦਾਸ ਸਾਹਿਬ ਕਹਿੰਦੇ, ਤਿੰਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਵਿੱਚ ਜੁੜਨ ਵਾਲੇ ਸਤ ਸੰਗੀ ਪੁਰਸ਼ਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਇਹ ਜੀਵਨ ਦੇ ਅੰਦਰ ਅਮੋਲਕ ਦਾਤ ਹੈ। ਤੋ ਮਹਾਰਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਆਪਣੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸੁਭਾਗ ਬਖਸ਼ਿਆ ਹੈ। ਸਾਧ ਸੰਗਤ ਜੀ, ਪਿਆਰ ਦੇ ਨਾਲ
ਹੋਰ ਵੀ ਇਸ ਸਮੇਂ ਨੂੰ ਸੁਭਾਗਾ ਬਣਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਨਾਲ ਜੁੜੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਸ਼ਾਂਤ ਘਰ ਸਤਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਪਾਵਨ ਸ਼ਬਦ ਹੈ। ਸਤਵੇਂ ਕਰ ਸੁਰ ਤਾਲ ਅੰਦਰ ਸ਼ੰਤ ਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸ਼ੰਤ ਜਾਤੀ ਦੇ ਛੰਦ ਅੰਦਰ ਸਤਿਗੁਰੂ ਜੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ। ਸਭ ਦੀ ਉਤਪਤੀ ਕਰਨ ਵਾਲਾ ਹੈ। ਸਭ ਦੀ ਪਾਲਣਾ ਕਰਨ ਵਾਲਾ ਹੈ। ਸਭ ਦੀ ਲੈਅਤਾ ਕਰਨ ਵਾਲਾ ਹੈ। ਉਸ ਓੰਕਾਰ ਦੀ ਸ਼ਕਤੀ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਾਈਦਾ ਹੈ। ਸਤ ਸਦਾ ਰਹਿਣ ਵਾਲਾ ਗੁਰ ਚੇਤਨ ਸਰੂਪ ਹੈ ਅਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਾਧ ਸੰਗਤ ਜੀ, ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਤੇ ਗੁਰਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਚਿੰਤਨ ਕਿਸ ਦਾ ਕਰਨਾ ਚਾਹੀਦਾ ਹੈ। ਤਿੰਨ ਸਵਾਲ ਕੀਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਹੇ ਮਹਾਰਾਜ, ਸੰਸਾਰ ਵਿੱਚ ਕੋਈ ਕਿਸੇ ਦਾ ਚਿੰਤਨ ਕਰਦਾ ਹੈ, ਕੋਈ ਕਿਸੇ ਦਾ ਚਿੰਤਨ ਕਰਦਾ ਹੈ, ਕੋਈ ਕਿਸੇ ਦੀ ਸਾਧ ਸੰਗਤ ਕਰਦਾ ਹੈ, ਕੋਈ ਕਿਸੇ ਦੀ ਸੰਗਤ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀ ਸੰਗਤ ਜੀਵਨ ਵਿੱਚ ਧਾਰਨ ਕਰਦਾ ਹੈ। ਤੇ ਮਹਾਰਾਜ, ਸਾਨੂੰ ਸੰਗਤ ਕਿਹੋ ਜਿਹੀ ਕਰਨੀ ਚਾਹੀਦੀ ਹੈ, ਚਿੰਤਨ ਕਿਸ ਦਾ ਕਰਨਾ ਚਾਹੀਦਾ ਹੈ, ਤੇ ਉਹ ਕਿਹੜੀ ਜੀਵਨ ਅੰਦਰ ਜੁਗਤੀ ਹੈ ਜਿਸ ਕਰਕੇ ਪ੍ਰਮਾਤਮਾ ਦਾ ਸਿਮਰਨ ਨਹੀਂ ਭੁੱਲਦਾ। ਇਹ ਤਿੰਨ ਸਵਾਲ ਵਜੋਂ ਬੇਨਤੀ ਕੀਤੀ ਗੁਰਸਿੱਖਾਂ ਨੇ। ਮਹਾਰਾਜ, ਸਾਨੂੰ ਚਿੰਤਨ ਕਿਸ ਦਾ ਕਰਨਾ ਚਾਹੀਦਾ, ਜੀਵਨ ਵਿੱਚ ਸੰਗਤ ਕਿਹੋ ਜਿਹੀ ਕਰਨੀ ਚਾਹੀਦੀ। ਤੀਜਾ ਸਵਾਲ ਹੈ, ਹੇ ਮਹਾਰਾਜ, ਪਰਮੇਸ਼ਰ ਦਾ ਨਾਮ ਕਿਵੇਂ ਭੁੱਲਦਾ ਨਹੀਂ ਹੈ, ਭਾਵ ਕਿ ਸਦਾ ਕਿਵੇਂ ਯਾਦ ਰਹਿੰਦਾ, ਉਹ ਕਿਹੜੀ ਦਾਤ ਹੈ। ਕਿਰਪਾ ਕਰਕੇ ਮਹਾਰਾਜ ਸਾਨੂੰ ਉਪਦੇਸ਼ ਬਖਸ਼ੋ। ਸਿੱਖਾਂ ਨੇ ਜਦੋਂ ਬੇਨਤੀ ਕੀਤੀ ਹੈ ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਆਸਾ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼ਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸ਼ਲੋਕ ਉਚਾਰਨ ਕਰਦੇ ਆ। ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਜੋ ਪਾਵਨ ਉਪਦੇਸ਼ ਹੈ, ਹਜੂਰ ਫਰਮਾਉਂਦੇ ਹਨ, ਹੇ ਗੁਰਸਿੱਖੋ, ਜੇ ਚਿੰਤਨ ਕਰਨਾ ਹੈ ਤਾਂ ਗੋਬਿੰਦ ਮਾਲਕ ਪਰਮਾਤਮਾ ਦਾ ਕਰਿਆ ਕਰੋ। ਸ਼ੁਭ ਚਿੰਤਨ ਗੋਬਿੰਦ ਰਮਨ, ਰਮਨ ਨਾਮ ਉਚਾਰਨ ਕਰਨ ਦਾ ਹੈ। ਭਾਵ ਚਿੰਤਨ ਕਰਨਾ, ਜੇ ਹਿਰਦੇ ਕਰਕੇ ਯਾਦ ਕਰਨਾ ਤੇ ਪ੍ਰਮਾਤਮਾ ਅਕਾਲ ਪੁਰਖ ਜੀ ਨੂੰ ਯਾਦ ਕਰਨਾ ਹੈ। ਜੇ ਰਸਨਾ ਤੋਂ ਵੀ ਵਾਹਿਗੁਰੂ ਦੇ ਗੁਣ ਉਚਾਰਨ ਕਰਨੇ ਹੈ ਤੇ ਉਹ ਵੀ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਜੀ ਦੇ ਹੀ ਉਚਾਰਨ ਕਰਨੇ ਹਨ। ਕਈ ਵਾਰ ਮਨੁੱਖ ਰਸਨਾ ਤੋਂ ਭਾਵੇਂ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲਦਾ ਹੁੰਦਾ, ਪਰ ਹਿਰਦੇ ਕਰਕੇ ਹੋਰ ਦਰ ਦਰ ਤੇ ਭਰੋਸਾ ਬਣਾਈ ਬੈਠਾ ਹੁੰਦਾ। ਹਿਰਦੇ ਕਰਕੇ ਸਿਦਕ ਦਾ ਕੱਚਾ ਹੋਣੇ ਕਰਕੇ, ਭਰੋਸਾ ਪੂਰਾ ਪਰਪੱਕ ਨਾ ਹੋਣੇ ਕਰਕੇ, ਸ਼ਰਧਾ ਵਿਸ਼ਵਾਸ ਨਾ ਹੋਣੇ ਕਰਕੇ, ਹਿਰਦੇ ਕਰਕੇ ਜੀਵ ਦੀ ਅਡੋਲਤਾ ਨਹੀਂ ਬਣਦੀ। ਇਸ ਲਈ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਹਿਰਦੇ ਕਰਕੇ ਵੀ ਪ੍ਰਮਾਤਮਾ ਗੋਬਿੰਦ ਮਾਲਕ ਦਾ ਚਿੰਤਨ ਕਰ ਤੇ ਰਮਨ ਜੇ ਉਚਾਰਨ ਕਰਨਾ, ਰਸਨਾ ਤੋਂ ਪ੍ਰੀਤ ਰੂਪ ਰਸਨਾ ਦੇ ਨਾਲ ਜੇ ਉਚਾਰਨ ਕਰਨਾ ਤਾਂ ਵੀ ਪਰਮੇਸ਼ਰ ਦੇ ਹੀ ਗੁਣਾਂ ਨੂੰ ਉਚਾਰਨ ਕਰਿਆ ਕਰ।
ਕਿ ਸੰਸਾਰ ਦੇ ਅੰਦਰ ਜੋ ਗਾਉਣੇ ਯੋਗ ਪ੍ਰਮਾਤਮਾ ਹੈ ਉਹਦੇ ਗੁਣਾਂ ਨੂੰ ਗਾਇਆ ਕਰ, ਸਿਮਰਨੇ ਯੋਗ ਪ੍ਰਮਾਤਮਾ ਹੈ ਉਹਦਾ ਸਿਮਰਨ ਕਰਿਆ ਕਰ, ਚਿੰਤਨ ਕਰਨੇ ਯੋਗ ਪਰਮੇਸ਼ਰ ਹੈ ਉਸ ਵਾਹਿਗੁਰੂ ਦਾ ਚਿੰਤਨ ਕਰਿਆ ਕਰ। ਜਿਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਨਾਲ ਜੀਵ ਤੇਰੇ ਜਨਮਾਂ ਜਨਮਾਂਤਰਾਂ ਦੀ ਪਾਪ ਲਹਿ ਜਾਣ ਵਾਲੀ ਹੈ। ਜਿਸ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਹਉਮੈ ਦੀ ਮੈਲ ਵੀ ਜੀਵ ਦੀ ਲਹਿ ਜਾਂਦੀ, ਹਿਰਦਾ ਸ਼ੁੱਧ ਹੋ ਜਾਂਦਾ ਹੈ, ਉਸ ਪਰਮਾਤਮਾ ਦਾ ਚਿੰਤਨ ਕਰਿਆ ਕਰ। ਇਹ ਪਹਿਲੇ ਸਵਾਲ ਦਾ ਜਵਾਬ ਗਰੀਬ ਨਵਾਜ ਮਹਾਰਾਜ ਸਾਹਿਬ ਨੇ ਦਿੱਤਾ ਕਿ ਚਿੰਤਨ ਪਰਮਾਤਮਾ ਦਾ ਕਰਨਾ ਚਾਹੀਦਾ, ਕਿਉਂਕਿ ਮਨੁੱਖ ਜੀਵਨ ਦੇ ਅੰਦਰ ਜਿੱਦਾਂ ਦਾ ਚਿੰਤਨ ਕਰਦਾ ਹੈ, ਜਿਸ ਦੀ ਯਾਦ ਵਿੱਚ ਜੁੜਦਾ ਹੈ, ਜੇ ਜ਼ਿੰਦਗੀ ਵੀ ਸਤ ਸੰਗਤ ਜੀ ਉਹਦੀ ਪੂਜਾ ਪੂਰੀ ਹੋ ਜਾਵੇ, ਆਰਾਧਨਾ ਪੂਰੀ ਹੋ ਜਾਵੇ, ਤੇ ਫਿਰ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਤੇ ਜੇ ਨਾ ਪੂਰੀ ਹੋਵੇ ਤੇ ਫਿਰ ਉਹਦਾ ਵਾਹਨ ਬਣਨਾ ਪੈਂਦਾ ਹੈ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ, ਕਹਿੰਦੇ ਹਨ ਕਿ ਜਿਵੇਂ ਕੋਈ ਸੀਤਲਾ ਦੇਵੀ ਦਾ, ਕੋਈ ਮਹਾਮਾਈ ਦੀ ਪੂਜਾ ਕਰਦਾ ਹੈ, ਕੋਈ ਕਿਸੇ ਦੇਵੀ ਦੀ ਪੂਜਾ ਕਰਦਾ, ਕੋਈ ਕਿਸੇ ਦੇਵਤੇ ਦਾ ਪੂਜਨ ਕਰੀ ਜਾਂਦਾ, ਕੋਈ ਕਿਸੇ ਦੀ ਆਰਾਧਨਾ ਕਰੀ ਜਾਂਦਾ, ਪਰ ਮਹਾਰਾਜ ਕਹਿੰਦੇ ਨੇ ਮਹਾਮਾਈ ਕੀ ਪੂਜਾ ਕਰੈ, ਨਰ ਸਹਿ ਨਾਰ ਹੋਏ ਅਵਤਾਰੈ। ਜਿਹੜੇ ਮਹਾਮਾਈ ਦੇਵੀ ਦੀ ਪੂਜਾ ਕਰਦੇ ਆ ਨਾ, ਕਿ ਸਾਨੂੰ ਬਲ ਬਖਸ਼ਣ ਵਾਲੀ ਹੈ, ਅਸੀਂ ਦੇਵੀ ਦੀ ਪੂਜਾ ਕਰਦੇ ਹਾਂ, ਨਰ ਉਹ ਮਨੁੱਖ ਤੋਂ ਨਾਰ ਰੂਪ ਹੋ ਜਾਂਦੇ, ਇਸਤਰੀ ਰੂਪ ਉਹਨਾਂ ਨੂੰ ਧਾਰਨ ਕਰਨਾ ਪੈਂਦਾ। ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਤਾਂ ਹੋਣਾ ਕਿਤੇ ਰਿਹਾ। ਮਹਾਰਾਜ ਕਹਿੰਦੇ ਉਹਨੂੰ ਮਨੁੱਖ ਤੋਂ ਫਿਰ ਇਸਤਰੀ ਰੂਪ ਧਾਰਨ ਕਰਨਾ ਪੈਂਦਾ ਹੈ। ਗੁਰੂ ਕੀ ਬਾਣੀ ਦਾ ਬਚਨ ਹੈ, ਜੇ ਤਾਂ ਪੂਜਾ ਪੂਰੀ ਹੋ ਜਾਵੇ ਤੇ ਫਿਰ ਮਨੁੱਖ ਤੋਂ ਇਸਤਰੀ ਨਾਰ ਰੂਪ ਹੋ ਜਾਂਦਾ। ਜੇ ਨਾ ਪੂਜਾ ਪੂਰੀ ਹੋਵੇ, ਅਧੂਰੀ ਰਹਿ ਜਾਵੇ, ਤੇ ਫਿਰ ਉਹ ਦੇਵੀ ਦਾ, ਚਾਹੇ ਦੇਵਤੇ ਦਾ ਜਾਂ ਕਿਸੇ ਹੋਰ ਦੇਵੀ ਸ਼ਕਤੀ ਦਾ ਜਾਪ ਕਰਦਾ, ਉਹਦਾ ਵਾਹਨ ਬਣਨਾ ਪੈਂਦਾ। ਫਿਰ ਉਹ ਦੇਵੀ ਚਾਹੇ ਦੇਵਤਾ ਉਹਦੀ ਅਸਵਾਰੀ ਕਰਦੇ ਆ। ਇਸ ਲਈ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਚਿੰਤਨ ਕਰਨਾ ਤੇ ਪਰਮੇਸ਼ਰ ਦਾ ਕਰਨਾ ਚਾਹੀਦਾ ਹੈ। ਜੇ ਰਸਨਾ ਤੋਂ ਗੁਣ ਗਾਉਣੇ ਆ, ਪਰਮਾਤਮਾ ਦੇ ਗਾਉਣੇ ਚਾਹੀਦੇ ਹਨ। ਸੰਸਾਰ ਦੀ ਖੁਸ਼ਾਮਦ ਛੱਡ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਨਾ ਚਾਹੀਦਾ ਹੈ। ਹੇ ਜੀਵਾ ਸ਼ੁਭ ਚਿੰਤਨ ਗੋਬਿੰਦ ਰਮਣ, ਸ਼ੁਭ ਬੜਾ ਹੀ ਸ਼ੁਭ ਹੈ, ਬੜਾ ਹੀ ਮਹਾਰਾਜ ਕਹਿੰਦੇ ਸ਼ੋਭਾ ਵਾਲਾ ਪਰਮਾਤਮਾ ਦਾ ਜਿਹੜਾ ਚਿੰਤਨ ਕਰਨਾ ਹੈ ਨਾ, ਜੀਵਨ ਦੇ ਅੰਦਰ ਬੜੀ ਚੰਗੀ ਦਾਤ ਹੈ, ਬਹੁਤ ਵਧੀਆ ਦਾਤ ਹੈ, ਬਹੁਤ ਸ਼ੁਭ ਕਰਮ ਹੈ ਜੋ ਪ੍ਰਮਾਤਮਾ ਦਾ ਜਿਹਦਾ ਚਿੰਤਨ ਕਰਨਾ ਹੈ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਨਾ ਹੈ। ਦੂਜਾ ਸਵਾਲ ਸੀ ਮਹਾਰਾਜ ਸੰਗਤ ਕਿਹੋ ਜਿਹੀ ਕਰਨੀ ਚਾਹੀਦੀ ਹੈ। ਹਜੂਰ ਕਹਿੰਦੇ ਹਨ ਸਾਧੂ ਦੀ ਸੰਗਤ ਕਰਨੀ ਇਹ ਵੀ ਨਿਰਮਲ ਹੈ, ਜੀਵਨ ਨੂੰ ਉਜਲ ਬਣਾਉਣ ਵਾਲੀ ਹੈ, ਜ਼ਿੰਦਗੀ ਅੰਦਰ ਲੱਗੇ ਹੋਏ ਦਾਗ ਕਲੰਕ ਮਿਟਾਉਣ ਵਾਲੀ ਹੈ ਮਹਾਰਾਜ ਦੀ ਸਾਧ ਸੰਗਤ। ਕਿਉਂਕਿ ਜਦੋਂ ਸਾਧ ਸੰਗਤ ਕਰਦਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜੀਵ ਦਾ ਮੁਖ ਵੀ ਉਜਲਾ ਹੋ ਜਾਂਦਾ ਹੈ। ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਉਚਾਰਨ ਕਰਦਾ ਹੈ, ਮੁਖ ਉਜਲ ਹੋ ਜਾਂਦਾ ਹੈ। ਤੇ ਹਿਰਦੇ ਕਰਕੇ ਵੀ ਜਦੋਂ ਪ੍ਰਮਾਤਮਾ ਦਾ ਸਿਮਰਨ ਕਰਦਾ ਤੇ ਹਿਰਦਾ ਵੀ ਉਜਲ ਹੋ ਜਾਂਦਾ। ਜਦੋਂ ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਸੁਣਦਾ ਹੈ, ਕੰਨ ਵੀ ਸਫਲੇ ਹੋ ਜਾਂਦੇ ਹਨ। ਪੈਰਾਂ ਦੇ ਨਾਲ ਕਦਮ ਕਦਮ ਚੱਲ ਕੇ ਆਉਂਦਾ, ਪੈਰ ਵੀ ਸਫਲੇ ਹੁੰਦੇ ਆ। ਫਿਰ ਹੱਥਾਂ ਦੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਹੈ। ਫਿਰ ਮਸਤਕ ਆ ਕੇ ਜਦੋਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸੀਸ ਝੁਕਾਉਂਦਾ ਹੈ, ਉਹ ਫਿਰ ਮੱਥਾ ਵੀ ਮਸਤਕ ਵੀ ਸੀਸ ਵੀ ਜੀਵ ਦਾ ਸਫਲਾ ਹੋ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਨਿਰਮਲ ਸਾਧੂ ਸੰਗ, ਸਾਧ ਸੰਗਤ ਵਿੱਚ ਜੁੜਨਾ ਇਹ ਉਜਲ ਕਰਮ ਹੈ, ਨਿਰਮਲ ਕਰਮ ਹੈ, ਸਵੱਛ ਕਰਮ ਹੈ। ਔਰ ਸਾਧੂ ਦੀ ਸੰਗਤ ਜਿਹੜੀ ਕਰਨੀ ਹੈ ਨਾ, ਬੜੀ ਸਾਧ ਸੰਗਤ ਜੀ ਉਜਲ ਹੈ। ਇਹ ਵੀ ਅਮੋਲਕ ਦਾਤ ਹੈ ਜੋ ਜੀਵਨ ਦੇ ਅੰਦਰ ਪੂਰਨ ਸਾਧੂ ਦੀ ਸੰਗਤ ਪ੍ਰਾਪਤ ਹੋ ਜਾਣੀ ਹੈ। ਕਿਉਂਕਿ ਬਿਨਾਂ ਭਾਗਾਂ ਤੋਂ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਬੰਦਗੀ ਕਰਨ ਵਾਲੇ
ਨਾਮ ਜਪਣ ਵਾਲੇ ਸਤਿਪੁਰਸ਼ ਦੀ ਸੰਗਤ ਨਹੀਂ ਕਦਾਚਿਤ ਪ੍ਰਾਪਤ ਹੋ ਸਕਦੀ ਬਿਨਾਂ ਭਾਗਾਂ ਤੋਂ। ਜਦੋਂ ਭਾਗ ਜਾਗਦੇ ਆ ਤਾਂ ਜੀਵਨ ਦੇ ਅੰਦਰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਮਨੁੱਖ ਕਦੇ ਅਮਲੀਆਂ ਦੀ ਸੰਗਤ ਕਰਦਾ ਹੈ, ਕਦੇ ਹੋਰ ਜੁਆਰੀਆਂ ਦੀ ਸੰਗਤ ਕਰਦਾ ਹੈ, ਕਦੇ ਨਸ਼ੇੜੀਆਂ ਦੀ ਸੰਗਤ ਵਿੱਚ ਜੁੜਦਾ, ਕਦੇ ਚੋਰਾਂ ਦੀ, ਇਉਂ ਹੋਰ ਹੀ ਸੰਸਾਰ ਦੇ ਅੰਦਰ ਖੋਟੀ ਸੰਗਤ ਵਿੱਚ ਜੁੜਿਆ ਰਹਿੰਦਾ ਹੈ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਜੀਵ ਨੂੰ ਸੋਝੀ ਬਖਸ਼ਦੇ ਹਨ, ਕੋਈ ਪੂਰਬਲਾ ਕਰਮ ਜੀਵ ਦਾ ਅੱਗੇ ਆ ਜਾਂਦਾ ਹੈ, ਜਦੋਂ ਭਾਗ ਜਾਗਦੇ ਹਨ ਉਦੋਂ ਫਿਰ ਭਲੇ ਪੁਰਸ਼ਾਂ ਦੀ ਸੰਗਤ ਜੀਵਨ ਵਿੱਚ ਪ੍ਰਾਪਤ ਕਰਦਾ ਹੈ। ਨਹੀਂ ਤਾਂ ਜੀਵਨ ਅਜਾਈ ਇਹ ਜੀਵ ਦਾ ਬਤੀਤ ਹੋਈ ਜਾਂਦਾ ਹੈ। ਅਜਾਈ ਸੰਸਾਰ ਦੇ ਅੰਦਰ ਜ਼ਿੰਦਗੀ ਲੰਘਦੀ ਜਾਂਦੀ ਹੈ, ਪਰ ਪਤਾ ਹੀ ਨਹੀਂ ਲੱਗਦਾ ਕਿ ਮੈਂ ਚੰਗੀ ਸੰਗਤ ਕਰਾਂ ਜਿਸ ਕਰਕੇ ਮੇਰਾ ਲੋਕ ਪਰਲੋਕ ਸਵਰ ਜਾਵੇ, ਮੇਰਾ ਜੀਵਨ ਸਫਲਾ ਬਣ ਜਾਵੇ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਨਿਰਮਲ ਸਾਧੂ ਸੰਗ। ਸਾਧੂ ਦੀ ਸੰਗਤ ਕਿਉਂ ਨਿਰਮਲ ਹੈ? ਸਤ ਸੰਗਤ ਜੀ ਕੀ ਕਾਰਨ ਹੈ? ਕਿਉਂ ਉਜਲ ਹੈ ਸੰਗਤ ਜਿਹੜੀ ਸਾਧੂ ਦੀ ਸੰਗਤ ਕਰਨੀ ਹੈ? ਕਿਉਂਕਿ ਸਾਧੂ ਆਪ ਵੀ ਹਿਰਦੇ ਕਰਕੇ ਨਿਰਮਲ ਹੁੰਦਾ ਹੈ ਔਰ ਸਾਧੂ ਦੇ ਵਿਚਾਰ ਵੀ ਨਿਰਮਲ ਹੁੰਦੇ ਹੈ। ਸਾਧੂ ਨੇ ਆਪਣੇ ਜੀਵਨ ਦੇ ਅੰਦਰ ਗੁਣ ਵੀ ਨਿਰਮਲ ਹੀ ਧਾਰਨ ਕੀਤੇ ਹੈ ਤੇ ਆਪਣੀ ਰਸਨਾ ਤੋਂ ਬਚਨ ਵੀ ਸਾਧੂ ਸਤਿਪੁਰਸ਼ ਨਿਰਮਲ ਹੀ ਕਰਦਾ, ਉਜਲ ਬਚਲ ਹੀ ਕਰਦਾ, ਕਦੇ ਝੂਠਾ ਬਚਨ ਨਹੀਂ ਕਰਦਾ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਸਾਧੂ ਦੇ ਬਚਨਾਂ ਦੀ ਕਿੰਨੀ ਵੱਡੀ ਤਾਕਤ ਕਥਨ ਕੀਤੀ ਹੈ ਗੁਰਬਾਣੀ ਵਿੱਚ। ਹਜੂਰ ਕਹਿੰਦੇ ਹਨ ਕਿ ਪੂਰਨ ਸਾਧੂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਕਦਾਚਿਤ ਵੀ ਕੋਈ ਟਾਲ ਨਹੀਂ ਸਕਦਾ। ਜਿੰਨੀ ਮਰਜ਼ੀ ਕੋਈ ਸ਼ਕਤੀਆਂ ਵਾਲਾ ਮਨੁੱਖ ਹੋਵੇ, ਕਰਾਮਾਤਾਂ ਸਿੱਧ ਕਰਨ ਵਾਲਾ ਹੋਵੇ, ਜੰਤਰ ਮੰਤਰ ਟੂਣੇ ਟਾਮਣਾ ਨੂੰ ਵੀ ਭਾਵੇਂ ਜੋ ਸਿੱਧ ਕੀਤਾ ਹੋਵੇ, ਪਰ ਬੰਦਗੀ ਕਰਨ ਵਾਲੇ ਸਾਧੂ ਦੇ ਬਚਨ ਨੂੰ ਕੋਈ ਟਾਲ ਨਹੀਂ ਸਕਦਾ। ਉਹ ਅਟਲ ਹੈ, ਕਿਉਂਕਿ ਪ੍ਰਭ ਜੀ ਵਸਹਿ ਸਾਧਕੀ ਰਸਨਾ। ਪਰਮੇਸ਼ਰ ਦਾ ਸਾਧੂ ਦੀ ਰਸਨਾ ਤੇ ਨਿਵਾਸ ਹੁੰਦਾ ਹੈ, ਤੇ ਜਿੱਥੇ ਪਰਮਾਤਮਾ ਦਾ ਨਿਵਾਸ ਹੋਵੇ ਫਿਰ ਪਰਮੇਸ਼ਰ ਦੇ ਬਚਨ ਨੂੰ ਭਲਾ ਕੌਣ ਸਾਧ ਸੰਗਤ ਜੀ ਰੋਕ ਸਕਦਾ ਹੈ? ਹਜੂਰ ਨੇ ਉਚਾਰਨ ਕੀਤਾ, ਗਿਰ ਵਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਗਿਰ ਪਹਾੜ ਢਹਿ ਢੇਰੀ ਹੋ ਸਕਦੇ ਆ, ਧਰਤੀ ਬਸਦ ਨਾਮ ਧਰਤੀ ਦਾ, ਧਰਤੀ ਇੱਧਰ ਉੱਧਰ ਹੋ ਸਕਦੀ ਹੈ, ਹਵਾ ਪਾਣੀ ਤੱਤ ਕਹਿੰਦੇ ਅਲੋਪ ਹੋ ਸਕਦੇ ਨੇ, ਪਰ ਇੱਕ ਸਾਧ ਬਚਨ ਅਟਲਾਦਾ। ਨਹੀਂ ਕੋਈ ਟਾਲ ਸਕਦਾ ਸਾਧੂ ਦੇ ਬਚਨ। ਕਿਸੇ ਵੀ ਸਮਰੱਥਾ ਨਹੀਂ ਹੈ, ਤਾਕਤ ਨਹੀਂ ਹੈ ਜੋ ਸਾਧੂ ਦੇ ਨਿਕਲੇ ਹੋਏ ਬੋਲ ਨੂੰ ਕੋਈ ਟਾਲ ਸਕੇ, ਕੋਈ ਉਹਦੇ ਵਿੱਚ ਰੁਕਾਵਟ ਬਣ ਸਕੇ। ਕਿਸੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਇਸ ਲਈ ਮਹਾਰਾਜ ਹਜੂਰ ਕਹਿੰਦੇ ਸਾਧੂ ਦੀ ਸੰਗਤ ਕਰਨੀ ਇਹ ਜੀਵਨ ਦੇ ਅੰਦਰ ਉਜਲ ਕਰਮ ਹੈ। ਨਿਰਮਲ ਸਾਧੂ ਸੰਗ, ਇਹ ਨਿਰਮਲ ਸੰਗਤ ਹੈ ਜਿਹੜੀ ਸਾਧੂ ਦੀ ਸੰਗਤ ਕਰਨੀ ਹੈ, ਜਿੱਥੋਂ ਵਿਚਾਰ ਵੀ ਨਿਰਮਲ ਹੀ ਪ੍ਰਾਪਤ ਹੁੰਦੇ ਹੈ, ਸਿੱਖਿਆ ਵੀ ਨਿਰਮਲ ਹੀ ਮਿਲਦੀ ਹੈ ਔਰ ਸ਼ੁਭ ਗੁਣ ਵੀ ਨਿਰਮਲ ਹੀ ਪ੍ਰਾਪਤ ਹੁੰਦੇ ਨੇ। ਫਿਰ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਰਸਤਾ ਉਹ ਵੀ ਨਿਰਮਲ ਹੈ, ਉਹ ਵੀ ਸਾਧੂ ਦੀ ਸੰਗਤ ਕਰਕੇ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ ਗੁਰਸਿੱਖੋ, ਚਿੰਤਨ ਪਰਮੇਸ਼ਰ ਦਾ ਕਰਨਾ ਚਾਹੀਦਾ ਤੇ ਸੰਗਤ ਸਾਧੂ ਦੀ ਕਰਨੀ ਚਾਹੀਦੀ ਹੈ। ਤੇ ਤੀਜਾ ਸਵਾਲ ਵਜੋਂ ਬੇਨਤੀ ਕੀਤੀ ਸੀ ਮਹਾਰਾਜ, ਪਰਮੇਸ਼ਰ ਦਾ ਸਿਮਰਨ ਕਿਵੇਂ ਨਹੀਂ ਵਿਸਰਦਾ? ਮਹਾਰਾਜ ਕਿਹੜੀ ਦਾਤ ਹੈ, ਕਿਹੜੀ ਬਖਸ਼ਿਸ਼ ਹੈ ਜਿਸ ਕਰਕੇ ਪਰਮਾਤਮਾ ਦਾ ਸਿਮਰਨ ਨਹੀਂ ਵਿਸਰਦਾ? ਹਜੂਰ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਕਿ ਘੜੀ ਮਾਤਰ ਸਮਾਂ ਵੀ ਪਰਮਾਤਮਾ ਦਾ ਸਿਮਰਨ ਨਹੀਂ ਵਿਸਰਦਾ। ਜਦੋਂ ਕਿਰਪਾ ਦੇ ਕਰਨ ਵਾਲਾ ਪਰਮੇਸ਼ਰ ਜੀਵ ਤੇ ਕਿਰਪਾ ਕਰਦਾ, ਬਖਸ਼ਿਸ਼ ਕਰਦਾ ਹੈ, ਖਟ ਭਗਾ ਸੰਪੰਨ ਪਰਮਾਤਮਾ ਜਦੋਂ ਹਿਰਦੇ ਵਿੱਚ ਆ ਕੇ ਨਿਵਾਸ ਕਰ ਲੈਂਦਾ, ਫਿਰ ਕਦੇ ਵੀ ਜੀਵ ਨੂੰ ਪਰਮਾਤਮਾ ਵਿਸਰਦਾ ਨਹੀਂ ਹੈ। ਮਨ ਕਰਕੇ ਵੀ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਹੁੰਦਾ, ਬਾਣੀ ਕਰਕੇ ਵੀ ਪਰਮੇਸ਼ਰ ਦਾ ਜਸ ਗਾ ਰਿਹਾ ਹੁੰਦਾ, ਸਰੀਰ ਕਰਕੇ ਵੀ ਪਰਮਾਤਮਾ ਦੇ ਹੀ ਗੁਣਾਂ ਨੂੰ ਉਚਾਰਨ ਕਰਦਾ, ਭਾਵ ਕਿ ਰੋਮ ਰੋਮ ਕਰਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ। ਜਦੋਂ ਪਰਮਾਤਮਾ ਜੀਵ ਤੇ ਬਖਸ਼ਿਸ਼ ਕਰਦਾ
ਗੁਰਮੁਖ ਰੋਮ ਰੋਮ ਹਰ ਧਿਆਵੈ। ਮਹਾਰਾਜ ਕਹਿੰਦੇ ਪਲਕ ਮਾਤਰ ਸਮਾਂ ਵੀ, ਥੋੜਾ ਜਿੰਨਾ ਸਮਾਂ ਵੀ ਪਰਮਾਤਮਾ ਨੂੰ ਫਿਰ ਵਿਸਾਰਦਾ ਨਹੀਂ ਹੈ। ਐਸੀ ਅਵਸਥਾ ਜੀਵਨ ਦੇ ਅੰਦਰ ਬਣ ਜਾਂਦੀ ਹੈ, ਜੇ ਪਲਕ ਮਾਤਰ ਸਮਾਂ ਵੀ ਕਿਤੇ ਨਿਮਕ ਮਾਤਰ ਸਮਾਂ ਵੀ ਪਰਮਾਤਮਾ ਵਿਸਰਦਾ ਤੇ ਫਿਰ ਬੇਨਤੀਆਂ ਕਰਦੇ ਨੇ, ਮਹਾਰਾਜ ਆਖਾਂ ਜੀਵਾ ਵਿਸਰਿਆ ਮਰ ਜਾਓ। ਮਹਾਰਾਜ ਜੇ ਤੁਹਾਡੀ ਯਾਦ ਵਿਸਰਦੀ ਹੈ ਨਾ, ਫਿਰ ਸਾਡੀ ਆਤਮਿਕ ਮੌਤ ਹੁੰਦੀ ਹੈ। ਮਹਾਰਾਜ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਦਈਏ, ਤੜਪ ਤੜਪ ਕੇ ਮਰਦੀ ਹੈ। ਇਦਾਂ ਦਾ ਮਹਾਰਾਜ ਸਾਡਾ ਜੀਵਨ ਬਣ ਚੁੱਕਾ ਹੈ। ਇਸ ਲਈ ਕਿਰਪਾ ਕਰੋ, ਸਾਡੇ ਹਿਰਦਿਓਂ ਕਦੇ ਵੀ ਤੁਹਾਡੀ ਯਾਦ ਵਿਸਰੇ ਨਾ। ਕਰ ਕਿਰਪਾ ਭਗਵੰਤ। ਤੇ ਜਿਨ੍ਹਾਂ ਤੇ ਬੇਨਤੀ ਕਰਨੇ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਨਾ, ਮਹਾਰਾਜ ਕਹਿੰਦੇ ਵਾਹਿਗੁਰੂ ਕਦੇ ਵੀ ਉਹਨਾਂ ਦੇ ਹਿਰਦਿਓਂ ਵਿਸਰਦਾ ਨਹੀਂ ਹੈ। ਹਰ ਸਮੇਂ ਕਦੇ ਗੁਰਬਾਣੀ ਦਾ ਜਾਪ ਕਰ ਰਹੇ ਹੁੰਦੇ ਹੈ, ਕਦੇ ਮੁਖ ਤੋਂ ਵਾਹਿਗੁਰੂ, ਕੋਈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰ ਰਹੇ ਹੁੰਦੇ ਹੈ, ਕਦੇ ਸ਼ਰਧਾ ਵਿਸ਼ਵਾਸ ਰੂਪ ਕਰਨਾਂ ਦੇ ਨਾਲ ਮਹਾਰਾਜ ਦੀ ਸਤ ਸੰਗਤ ਵਿੱਚ ਜੁੜ ਕੇ ਜਸ ਸਰਵਣ ਕਰਨ ਲੱਗ ਪੈਂਦੇ ਹੈ। ਇਹ ਸਾਰੇ ਸਾਧ ਸੰਗਤ ਜੀ ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨ ਹਨ। ਪਿਆਰ ਦੇ ਨਾਲ ਮਹਾਰਾਜ ਦੀ ਸੰਗਤ ਵਿੱਚ ਬੈਠ ਕੇ ਜਸ ਸੁਣ ਲੈਣਾ, ਚਾਹੇ ਪ੍ਰੀਤ ਰੂਪ ਰਸਨਾ ਦੇ ਨਾਲ ਗਾ ਲੈਣਾ, ਇਹ ਸਾਰੇ ਪ੍ਰਾਪਤੀ ਦੇ ਹੀ ਸਾਧਨ ਹਨ। ਇਸ ਲਈ ਮਹਾਰਾਜ ਸਤਿਗੁਰੂ ਜੀ ਕਹਿੰਦੇ, ਗੁਰਸਿੱਖੋ ਸੰਗਤ ਸਾਧੂ ਦੇ ਜੀਵਨ ਦੇ ਅੰਦਰ ਉਜਲ ਹੈ। ਚਿੰਤਨ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਭ ਤੋਂ ਸ਼੍ਰੋਮਣੀ ਹੈ। ਫਿਰ ਪ੍ਰਮਾਤਮਾ ਤਾਂ ਨਹੀਂ ਵਿਸਰਦਾ ਜਦੋਂ ਪ੍ਰਮਾਤਮਾ ਜੀਵ ਤੇ ਪੂਰੀ ਤਰ੍ਹਾਂ ਕਿਰਪਾ ਕਰ ਦਿੰਦਾ ਹੈ। ਜਦੋਂ ਇਹ ਜੀਵ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ। ਸਾਧ ਸੰਗਤ ਜੀ, ਪਾਤਰ ਨਾਮ ਭਾਂਡੇ ਦਾ ਹੈ। ਭਾਂਡਾ ਜੇ ਖਾਲੀ ਹੋਵੇਗਾ ਤਾਂ ਹੀ ਪ੍ਰਮਾਤਮਾ ਦੀ ਕਿਰਪਾ ਦੀ ਵਸਤੂ ਪਾਉਗੀ ਨਾ। ਵਾਹਿਗੁਰੂ ਦੀ ਮਿਹਰ, ਪ੍ਰਮਾਤਮਾ ਦੀ ਬਖਸ਼ਿਸ਼ ਰੂਪੀ ਪਦਾਰਥ ਤਾਂ ਹੀ ਹਿਰਦੇ ਰੂਪ ਭਾਂਡੇ ਵਿੱਚ ਪਵੇਗਾ ਜੇ ਹਿਰਦਾ ਖਾਲੀ ਹੋਵੇਗਾ। ਹਿਰਦਾ ਤੇ ਪਹਿਲਾਂ ਹੀ ਵਿਕਾਰਾਂ ਰੂਪੀ ਪਦਾਰਥਾਂ ਦੇ ਨਾਲ ਭਰਿਆ। ਪਤਾ ਨਹੀਂ ਕਿੰਨੇ ਕੁ ਔਗਣ, ਕਿੰਨੇ ਕੁ ਪਾਪ ਕਰਮ, ਕਿੰਨੇ ਕੁ ਦੋਸ਼ਾਂ ਰੂਪੀ ਪਾਪ ਕਰਮ ਔਗਣਾਂ ਰੂਪੀ ਪਦਾਰਥਾਂ ਦੇ ਨਾਲ ਹਿਰਦੇ ਰੂਪ ਭਾਂਡੇ ਨੂੰ ਭਰ ਕੇ ਰੱਖਿਆ ਹੋਇਆ ਹੈ। ਇੱਥੇ ਪਰਮੇਸ਼ਰ ਦਾ ਨਾਮ ਭਲਾ ਕਿਵੇਂ ਆ ਕਰਕੇ ਟਿਕ ਸਕਦਾ? ਸਾਧ ਸੰਗਤ ਜੀ, ਮਹਾਰਾਜ ਜੀ ਦਾ ਬਚਨ ਹੈ, ਹੇ ਜੀਵ ਤੂੰ ਹਉਮੈ ਰੂਪੀ ਪਦਾਰਥ ਦੇ ਨਾਲ ਹਿਰਦੇ ਰੂਪ ਭਾਂਡੇ ਨੂੰ ਭਰ ਕੇ ਰੱਖਿਆ। ਤੇ ਹਉਮੈ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਬੜਾ ਵੱਡਾ ਝਗੜਾ ਹੈ। ਇਹਨਾਂ ਦੀ ਬੜੀ ਵੱਡੀ ਸਾਧ ਸੰਗਤ ਜੀ ਲੜਾਈ ਆਪੋ ਵਿੱਚ। ਜਿੱਥੇ ਹਉਮੈ ਹੁੰਦੀ ਹੈ ਨਾ, ਉੱਥੇ ਨਾਮ ਨਹੀਂ ਟਿਕ ਸਕਦਾ। ਤੇ ਜਿੱਥੇ ਗੁਰੂ ਕਿਰਪਾ ਦੁਆਰਾ ਨਾਮ ਟਿਕ ਜਾਂਦਾ, ਉੱਥੇ ਫਿਰ ਹਉਮੈ ਨਹੀਂ ਆ ਕੇ ਨਿਵਾਸ ਕਰ ਸਕਦੀ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਠਾਏ। ਇੱਕ ਥਾਂ ਤੇ ਨਹੀਂ ਦੋਵੇਂ ਟਿਕਦੇ। ਤੇ ਜਦੋਂ ਮਹਾਰਾਜ ਕਹਿੰਦੇ ਹਿਰਦੇ ਰੂਪ ਭਾਂਡੇ ਨੂੰ ਖਾਲੀ ਕਰ ਦਿੰਦਾ ਨਾ, ਹਉਮੈ ਨੂੰ ਦੂਰ ਕਰ ਦਿੰਦਾ, ਤਾਂ ਫਿਰ ਪਰਮੇਸ਼ਰ ਦਾ ਨਾਮ ਰੂਪ ਪਦਾਰਥ ਆ ਕਰਕੇ ਹਿਰਦੇ ਭਾਂਡੇ ਵਿੱਚ ਟਿਕ ਜਾਂਦਾ ਹੈ। ਇਹ ਜਾਣੋ ਕਿ ਪਰਮੇਸ਼ਰ ਦੀ ਕਿਰਪਾ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਫਿਰ ਘੜੀ ਮਾਤਰ ਵੀ ਸਮਾਂ ਪਰਮਾਤਮਾ ਨੂੰ ਭੁਲਾਉਂਦਾ ਨਹੀਂ ਹੈ। ਸਤਿਗੁਰੂ ਜੀ ਸ਼ੰਤ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਭਿੰਨੀ ਰੈਣੜੀਐ, ਹਜੂਰ ਕਹਿੰਦੇ ਹਨ, ਹੇ ਗੁਰਸਿੱਖੋ, ਜਿਵੇਂ ਸਰਦ ਦੀ ਰੁੱਤ ਦੇ ਵਿੱਚ ਤਰੇਲਾਂ ਪੈਂਦੀਆਂ ਨੇ, ਤਰੇਲਾਂ ਸਾਧ ਸੰਗਤ ਜੀ ਤਰੇਲ ਪੈਂਦੀ ਹੈ ਨਾ, ਜਿਵੇਂ ਨਮੀ ਜੰਮ ਜਾਂਦੀ ਹੈ, ਥੋੜਾ ਥੋੜਾ ਪਾਣੀ ਜੰਮਿਆ ਹੁੰਦਾ ਬਾਹਰ, ਉਹਨੂੰ ਤਰੇਲ ਕਿਹਾ ਜਾਂਦਾ। ਮਹਾਰਾਜ ਕਹਿੰਦੇ ਭਿੰਨੀ ਰੈਣੜੀਐ, ਇਉਂ ਬਾਹਰ ਭਾਵ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਕੇ ਸਤਿਗੁਰੂ ਜੀ ਜੀਵ ਰੂਪ ਇਹ ਸਖੀ ਦਾ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦਾ ਅਲੰਕਾਰ ਬਣਾ ਕੇ ਮਹਾਰਾਜ ਉਪਦੇਸ਼ ਦਿੰਦੇ ਹਨ। ਭਿੰਨੀ ਰੈਣੜੀਐ ਚਾ ਮੱਕਨ ਤਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੇ ਆਕਾਸ਼ ਦੇ ਵਿੱਚ ਟਿਮਟਮਾਉਂਦੇ ਤਾਰੇ ਐ, ਜਦੋਂ ਟਿਮਟਮਾਉਣ ਲੱਗ ਪੈਂਦੇ ਐ, ਭਾਵ ਕਿ 12 ਵਜੇ ਤੋਂ ਬਾਅਦ ਵਿੱਚ ਗੁਰਮੁਖ ਪਿਆਰੇ ਜਿਹੜੇ ਹਨ ਸਤਿਪੁਰਸ਼ ਅੰਮ੍ਰਿਤ ਵੇਲਾ ਜਾਣ ਕਰਕੇ ਉੱਠ ਕੇ ਇਸ਼ਨਾਨ ਪਾਨ ਕਰਕੇ ਸਿਮਰਨ ਕਰਨ ਲੱਗ ਪੈਂਦੇ ਐ। ਐਸਾ ਗੁਰਮੁਖਾਂ ਦਾ ਜੀਵਨ ਹੈ। ਜਿਹੜੇ ਸੰਸਾਰ ਦੇ ਜੀਵ ਹਨ, ਸਾਧ ਸੰਗਤ ਜੀ ਗਾਉਣ ਵਜਾਉਣ ਕਰਨ ਵਾਲੇ, ਉਹ ਥੱਕ ਹਾਰ ਕਰਕੇ ਜਦੋਂ ਸੌਂ ਜਾਂਦੇ ਐ ਤੇ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਪੈਂਦੇ ਹਨ।
ਤੇ ਕਈ ਵਾਰ ਸਾਧ ਸੰਗਤ ਜੀ ਗੁਰਮੁਖਾਂ ਨੂੰ ਦੇਖ ਕਰਕੇ ਮਨਮੁਖਾਂ ਦਾ ਸੁਭਾਅ ਹੁੰਦਾ ਹੈ, ਉਹਨਾਂ ਤੇ ਕਟਾਕਸ਼ ਕਰਦੇ ਆ, ਕਿਉਂਕਿ ਬੰਦਗੀ ਵਾਲਿਆਂ ਦਾ ਸੁਭਾਅ ਹੁੰਦਾ ਕਿ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਸਿਮਰਨ ਕਰਨਾ, ਤੇ ਜਦੋਂ ਕਿ ਮਨਮੁਖਾਂ ਨੇ ਸਾਖਤ ਪੁਰਸ਼ਾਂ ਨੇ ਉੱਠਣਾ ਹੁੰਦਾ ਉਦੋਂ ਨੂੰ ਫੇਰ ਉਹ ਵਿਸ਼ਰਾਮ ਕਰਨ ਲੱਗ ਪੈਂਦੇ ਆ, ਕਿਉਂਕਿ ਸਰੀਰ ਹੈ ਇਹ ਵੀ ਇੱਕ ਮਸ਼ੀਨਰੀ ਦੀ ਤਰ੍ਹਾਂ ਹੈ, ਇਹਨੂੰ ਸਾਧ ਸੰਗਤ ਜੀ ਆਰਾਮ ਵੀ ਦੇਣਾ ਪੈਂਦਾ। ਜੇ ਲਗਾਤਾਰ ਇਹਦਾ ਵਰਤੋਂ ਕਰੀ ਜਾਵੇ, ਮਸ਼ੀਨਰੀ ਨੂੰ ਚਲਾਈ ਜਾਵੇ, ਤੇ ਫਿਰ ਕੋਈ ਨਾ ਕੋਈ ਸਾਧ ਸੰਗਤ ਜੀ ਉਹਦੇ ਵਿੱਚ ਰੁਕਾਵਟ ਪੈ ਜਾਂਦੀ ਹੈ। ਇਸੇ ਤਰ੍ਹਾਂ ਸਰੀਰ ਹੈ, ਇਹਨੂੰ ਵਿਸ਼ਰਾਮ ਦੇਣ ਦੇ ਵਾਸਤੇ ਗੁਰਮੁਖ ਪਿਆਰੇ ਜਦੋਂ ਵਿਸ਼ਰਾਮ ਕਰਨ ਲੱਗ ਪੈਂਦੇ, ਆਰਾਮ ਕਰਦੇ ਆ, ਕੋਈ ਸਮਾਂ ਵਿਸ਼ਰਾਮ ਕਰਦੇ ਟਿਕਦੇ ਆ, ਤੇ ਮਨਮੁਖਾਂ ਦਾ ਸੁਭਾਅ ਹੁੰਦਾ ਜੀ ਦੇਖੋ ਅਜੇ ਤੱਕ ਗੁਰਮੁਖ ਉੱਠੇ ਹੀ ਨਹੀਂ, ਪਰ ਇਹ ਨਹੀਂ ਪਤਾ ਹੁੰਦਾ ਕਿ ਜਦੋਂ ਅਸੀਂ ਸੁੱਤੇ ਘਰਾੜੇ ਮਾਰ ਰਹੇ ਸਾਂ ਉਦੋਂ ਤਾਂ ਇਹ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਆਲਸ ਨੂੰ ਛੱਡ ਕੇ ਬੰਦਗੀ ਕਰ ਰਹੇ ਸਨ, ਉੱਠ ਕਰਕੇ ਪਿਛਲੇ ਪੈਰ ਨਾਮ ਜਪ ਰਹੇ ਸੀ, ਸਿਮਰਨ ਕਰ ਰਹੇ ਸਨ, ਇਹ ਨਹੀਂ ਪਤਾ ਹੁੰਦਾ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਭਿੰਨੀ ਰੈਣੜੀਐ ਚਮਕਨ ਤਾਰੇ, ਕਹਿੰਦੇ ਆਕਾਸ਼ ਦੇ ਵੀ ਜਿਹੜੇ ਚਮਕਾਉਂਦੇ ਟਿਮਟਮਾਉਂਦੇ ਹੋ ਤਾਰੇ ਜਦੋਂ ਨਜ਼ਰ ਆਉਂਦੇ ਆ ਨਾ ਪਿਛਲੇ ਪਹਿਰ ਅੰਮ੍ਰਿਤ ਵੇਲੇ ਗੁਰਮੁਖ ਪਿਆਰੇ ਰਾਤ ਦੇ ਸਮੇਂ ਵੀ ਪਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ। ਔਰ ਇਸੇ ਪ੍ਰਕਾਰ ਅਵਸਥਾ ਰੂਪ ਜਿਹੜੀ ਗੁਰਮੁਖਾਂ ਦੀ ਰੈਣ ਰਾਤਰੀ ਹੁੰਦੀ ਹੈ, ਇਹਦੇ ਵਿੱਚ ਸਾਧ ਸੰਗਤ ਜੀ ਸ਼ਰਧਾ ਰੂਪੀ ਜਿਹੜੀ ਜੋ ਹਿਰਦੇ ਅੰਦਰ ਸ਼ਰਧਾ ਧਾਰਨ ਕਰਕੇ ਰੱਖਣੀ ਹੈ, ਸ਼ਰਧਾ ਤੇ ਜਿਹੜਾ ਪ੍ਰੇਮ ਦੀ ਸਾਧ ਸੰਗਤ ਜੀ ਹਿਰਦੇ ਅੰਦਰ ਦਾਤ ਹੈ ਨਾ, ਇਹ ਬੜੀ ਅਮੋਲਕ ਦਾਤ ਹੈ। ਪਿਆਰ ਦੇ ਵਿੱਚ ਭੇਜ ਕੇ ਪ੍ਰਮਾਤਮਾ ਦਾ ਸਿਮਰਨ ਕਰਨਾ, ਹਿਰਦੇ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ, ਕਿਉਂਕਿ ਕਈ ਵਾਰ ਮਨੁੱਖ ਡਿਊਟੀ ਕਰ ਰਿਹਾ ਹੁੰਦਾ ਤੇ ਬੱਧਾ ਜੱਟੇ ਭਰਦਾ, ਪਰ ਹਿਰਦੇ ਅੰਦਰ ਕੋਈ ਪਿਆਰ ਨਹੀਂ ਹੁੰਦਾ, ਕੇਵਲ ਆਪਣੀ ਡਿਊਟੀ ਵਜਾਉਣ ਦੇ ਵਾਸਤੇ ਹੀ ਕਰਦਾ। ਪਰ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ, ਉਹ ਫਿਰ ਸਾਧ ਸੰਗਤ ਜੀ ਆਪਣੀ ਡਿਊਟੀ ਕਰਦੇ ਆ, ਨਿਯਮ ਨਿਭਾਉਂਦੇ ਹੋਇਆ ਵੀ ਹਿਰਦੇ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਆ। ਉਹ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਧਾਰਨ ਕਰਕੇ ਰੱਖਦੇ ਹਨ। ਤੇ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਐਸਾ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦਾ, ਨਾਮ ਜਪਣ ਵਾਲਿਆਂ ਦਾ ਜੀਵਨ ਹੈ। ਕਹਿੰਦੇ ਹਨ ਕਿ ਰਾਤ ਦੇ ਸਮੇਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਿਮਰਨ ਕਰਦੇ ਹਨ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਸੰਤ ਪੁਰਸ਼ ਹਨ, ਸਤਿਪੁਰਸ਼ ਸ਼ਾਂਤ ਚਿੱਤ ਸੁਭਾਅ ਵਾਲੇ ਹਨ, ਉਹ ਜਾਗਦੇ ਹੈ, ਜਾਗਰਤ ਅਵਸਥਾ ਵਿੱਚ ਰਹਿੰਦੇ ਹਨ, ਜੋ ਕਿ ਵਾਸਤਵ ਦੇ ਵਿੱਚ ਮਨਮੁਖ ਜੀਵ ਸੁੱਤੇ ਪਏ ਹੁੰਦੇ ਹੈ। ਮਨਮੁਖ ਜੀਵ ਅਵਿਦਿਆ ਰੂਪ ਨੀਂਦਰਾ ਵਿੱਚ ਵੀ ਜ਼ਿੰਦਗੀ ਪਰ ਅਵਸਥਾ ਰੂਪ ਰਹਿਣ ਦੇ ਵੀ ਸੁੱਤੇ ਰਹਿੰਦੇ ਹਨ। ਪਰ ਬੰਦਗੀ ਕਰਨ ਵਾਲੇ ਮਹਾਰਾਜ ਕਹਿੰਦੇ ਜਾਗਹਿ ਸੰਤ ਜਨਾ, ਜਿਹੜੇ ਸਤਿਪੁਰਸ਼ ਹੈ ਨਾ, ਉਹ ਜਾਗਰਤ ਅਵਸਥਾ ਵਿੱਚ ਰਹਿੰਦੇ ਹਨ, ਜ਼ਿੰਦਗੀ ਪਰ ਕਦੇ ਵੀ ਅਵਿਦਿਆ ਦੀ ਨੀਂਦਰਾ ਵਿੱਚ ਮਨ ਨੂੰ ਸੌਣ ਨਹੀਂ ਦਿੰਦੇ। ਕਿ ਮਨਾ ਜੇ ਅਗਿਆਨ ਦੀ ਅਵਿਦਿਆ ਦੀ ਨੀਂਦਰਾ ਵਿੱਚ ਤੂੰ ਸੌਂ ਗਿਆ ਨਾ, ਫਿਰ ਤੈਨੂੰ ਕਿਸੇ ਨੇ ਉਠਾਲਣਾ ਨਹੀਂ ਹੈ। ਪਰ ਤੱਕ ਤਾਂ ਕੋਈ ਮਨੁੱਖ ਸੁੱਤਾ ਹੋਵੇ, ਉਹਨੂੰ ਸਾਧ ਸੰਗਤ ਜੀ ਆਵਾਜ਼ ਮਾਰ ਕੇ ਨਹੀਂ ਤੇ ਹਲੂਣ ਕੇ ਉਠਾ ਹੀ ਦਿੱਤਾ ਜਾਂਦਾ ਹੈ। ਪਰ ਜਿਹੜਾ ਮਨੁੱਖ ਅਵਿਦਿਆ ਦੀ ਨੀਂਦਰਾ ਵਿੱਚ ਸੌਂ ਜਾਂਦਾ ਹੈ ਨਾ, ਉਹਨੂੰ ਫਿਰ ਉਠਾਇਆ ਨਹੀਂ ਜਾ ਸਕਦਾ। ਜਿੰਨੀਆਂ ਮਰਜ਼ੀ ਬਾਹਰੋਂ ਆਵਾਜ਼ਾਂ ਮਾਰੀ ਜਾਵੇ, ਜਿੰਨਾ ਮਰਜ਼ੀ ਹਲੂਣਿਆ ਜਾਵੇ, ਉਹ ਨਹੀਂ ਕਦੇ ਬੰਦਾ ਉੱਠ ਸਕਦਾ। ਜੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਅਵਿਦਿਆ ਦੀ ਨੀਂਦ ਤੋਂ ਉੱਠ ਕੇ ਜਾਗਰਤ ਅਵਸਥਾ ਵਿੱਚ ਆਉਂਦਾ, ਤਾਂ ਉਸ ਮਨੁੱਖ ਦਾ ਸੁੱਤਾ ਹੋਇਆ ਮਨ ਜਾਗਦਾ ਹੈ, ਜੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਜਿਵੇਂ ਹਜੂਰ ਦਾ ਬਚਨ ਹੈ ਨਾ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ, ਉਹ ਜਾਗਰਤ ਅਵਸਥਾ ਵਿੱਚ ਰਹਿੰਦੇ, ਉਹਨਾਂ ਦਾ ਮਨ ਜਾਗਦਾ ਰਹਿੰਦਾ। ਮਨ ਕਰਕੇ ਨਹੀਂ ਕਦੇ ਵੀ ਸੌਂਦੇ, ਤਨ ਕਰਕੇ ਭਾਵੇਂ ਵਿਸ਼ਰਾਮ ਦੇਣ ਦੇ ਵਾਸਤੇ ਨੇਤਰ ਮੂੰਦ ਲੈਂਦੇ ਆ, ਨੇਤਰ ਬੰਦ ਕੀਤੇ ਹੁੰਦੇ ਆ, ਪਰ ਮਨ ਉਹਨਾਂ ਦਾ ਜਾਗ ਰਿਹਾ ਹੁੰਦਾ। ਮਨ ਕਰਕੇ ਉਹ ਸਦਾ ਹੀ ਜਾਗਰਤ ਅਵਸਥਾ ਵਿੱਚ ਰਹਿੰਦੇ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਾਗਹਿ ਸੰਤ ਜਨਾ, ਹੇ ਗੁਰਸਿੱਖੋ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ਾਂ, ਅਵਸਥਾ ਰੂਪ ਰਹਿਣ ਦੇ ਵਿੱਚ ਸਦਾ ਹੀ ਜਾਗਰਤ ਅਵਸਥਾ ਵਿੱਚ ਰਹਿੰਦੇ ਹਨ। ਮੇਰੇ ਰਾਮ ਪਿਆਰੇ
ਜੋ ਮੇਰੇ ਪਿਆਰੇ ਰਮੇ ਹੋਏ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਹਨ, ਜੋ ਰਾਤ ਵੀ ਦਿਨੇ ਵੀ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਆ, ਐਸੇ ਸੰਤ ਮਹਾਂਪੁਰਖ ਵਾਹਿਗੁਰੂ ਦੇ ਪਿਆਰੇ ਜਨ ਸਦਾ ਹੀ ਜਾਗਦੇ ਰਹਿੰਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਅਵਸਥਾ ਰੂਪ ਰਹਿਣ ਦੇ ਵਿੱਚ ਗਿਆਨ ਰੂਪੀ ਚੰਦਰਮਾ ਚੜ੍ਹਿਆ। ਸਾਧ ਸੰਗਤ ਜੀ, ਹਿਰਦੇ ਰੂਪ ਆਕਾਸ਼ ਦੇ ਅੰਦਰ, ਜਿਸ ਕਰਕੇ ਜੋ ਅੰਮ੍ਰਿਤ ਭਰੀਆਂ ਸ਼ਾਂਤੀ ਦੀਆਂ ਕਿਰਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ ਨੇ, ਕਿਉਂਕਿ ਚੰਦਰਮਾ ਦੀਆਂ ਕਿਰਨਾਂ ਦੇ ਵਿੱਚ ਸ਼ਾਂਤੀ ਮੰਨੀ ਜਾਂਦੀ ਹੈ। ਜਦੋਂ ਚੰਦਰਮਾ ਚੜ੍ਹਦਾ ਹੈ ਤੇ ਬਨਸਪਤ ਫੁੱਲਦੀ ਹੈ, ਬਨਸਪਤ ਪ੍ਰਫੁੱਲਿਤ ਹੁੰਦੀ ਹੈ ਚੰਦਰਮਾ ਦੀਆਂ ਕਿਰਨਾਂ ਦੇ ਨਾਲ। ਪਰਮਾਤਮਾ ਨੇ ਇਹਨੂੰ ਸ਼ਕਤੀ ਦਿੱਤੀ ਹੈ ਚੰਦਰਮਾ ਦੀਆਂ ਕਿਰਨਾਂ ਦੇ ਵਿੱਚ। ਚੰਦਰਮਾ ਚੜ੍ਹਦਾ ਤੇ ਬਨਸਪਤ ਵੱਧਦੀ ਫੁੱਲਦੀ ਹੈ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਜੀਵ ਦੇ ਹਿਰਦੇ ਅੰਦਰ ਸ਼ੁਭ ਗੁਣਾ ਰੂਪੀ ਬਨਸਪਤ ਪ੍ਰਫੁੱਲਿਤ ਹੁੰਦੀ ਹੈ। ਜਦੋਂ ਗਿਆਨ ਰੂਪੀ ਚੰਦਰਮਾ ਚੜ੍ਹਦਾ, ਸ਼ਾਂਤੀ ਦੀਆਂ ਕਿਰਨਾਂ ਪ੍ਰਾਪਤ ਹੁੰਦੀਆਂ, ਹਿਰਦਾ ਸ਼ਾਂਤ ਰਹਿੰਦਾ, ਕਦੇ ਵੀ ਮਨ ਕਾਲਾ ਨਹੀਂ ਪੈਂਦਾ। ਤਾਂ ਹੀ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਸ਼ਾਂਤ ਚਿੱਤ ਹੋ ਕਰਕੇ ਰਹਿੰਦੇ ਹੈ। ਲੋੜ ਤੋਂ ਵੱਧ ਮੁਖ ਤੋਂ ਬੋਲਦੇ ਨਹੀਂ, ਲੋੜ ਤੋਂ ਵੱਧ ਸੌਂਦੇ ਨਹੀਂ, ਲੋੜ ਤੋਂ ਵੱਧ ਛਕਦੇ ਨਹੀਂ। ਐਸਾ ਗੁਰਮੁਖਾਂ ਵਾਲਾ ਸਤਿਪੁਰਸ਼ਾਂ ਦਾ ਜੀਵਨ ਹੋਇਆ ਕਰਦਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਜਾਗੇ ਸੰਤ ਜਨਾ ਮੇਰੇ RAM ਪਿਆਰੇ। ਜੋ ਸਾਡੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਸਤਿਪੁਰਸ਼ ਹਨ, ਹੇ ਗੁਰਸਿੱਖੋ, ਰਾਤ ਵੀ ਦਿਨੇ ਵੀ ਉਹ ਜਾਗਰਤ ਅਵਸਥਾ ਵਿੱਚ ਰਹਿੰਦੇ ਜਾਗਦੇ ਹਨ। ਪਰਮੇਸ਼ਰ ਦੇ ਪਿਆਰੇ ਸਦਾ ਹੀ ਜਾਗਦੇ ਹਨ, ਜ਼ਿੰਦਗੀ ਭਰ ਕਦੇ ਵੀ ਮਨ ਕਰਕੇ ਅਵਿਦਿਆ ਰੂਪ ਨੀਂਦਰਾ ਵਿੱਚ ਨਹੀਂ ਸੌਂਦੇ। ਤੇ ਮਹਾਰਾਜ ਜਾਗਦਿਆਂ ਹੋਇਆਂ ਕਰਦੇ ਕੀ ਹੈ? ਤੇ ਸਤਿਗੁਰੂ ਜੀ ਕਹਿੰਦੇ, ਨਾਮ ਸਿਮਰਹਿ ਅਨ ਦਿਨੋ। ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ ਰਾਤ ਵੀ ਦਿਨੇ ਵੀ। ਇਹ ਨਹੀਂ ਹੈ ਕਿ ਗੱਲਾਂ ਹੀ ਕਰਦੇ ਰਹਿੰਦੇ ਆ, ਨਿੰਦਿਆ ਚੁਗਲੀਆਂ ਕਰਦੇ ਰਹਿੰਦੇ, ਨਹੀਂ। ਇਹ ਮਨਮੁਖਾਂ ਦਾ ਸੁਭਾਅ ਹੈ, ਗੁਰਮੁਖਾਂ ਦਾ ਸੁਭਾਅ ਹੈ। ਰਾਤ ਵੀ ਦਿਨੇ ਵੀ ਪਰਮਾਤਮਾ ਦਾ ਸਿਮਰਨ ਕਰਦੇ ਰਹਿਣ। ਇਹ ਵਾਹਿਗੁਰੂ ਦੇ ਪਿਆਰਿਆਂ ਦੇ ਹਿੱਸੇ ਆਇਆ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਹ ਪਰਮੇਸ਼ਰ ਦੇ ਪਿਆਰਿਆਂ ਦਾ ਸ਼੍ਰੋਮਣੀ ਕਰਮ ਹੈ। ਹਿਰਦੇ ਹੋ ਕੇ ਪਰਮਾਤਮਾ ਦਾ ਸਿਮਰਨ ਕਰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਦਾ ਜਾਗਹਿ, ਸਦਾ ਹੀ ਜਾਗਰਤ ਅਵਸਥਾ ਵਿੱਚ ਰਹਿੰਦੇ ਆ। ਨਾਮ ਸਿਮਰਹਿ ਅਨ ਦਿਨੋ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ। ਭਾਵੇਂ ਸਾਧ ਸੰਗਤ ਜੀ ਕੋਈ ਕਹੀ ਜਾਵੇ ਕਿ ਮੈਂ ਵੀ ਰਾਤ ਭਰ ਜਾਗਦਾ, ਕਈ ਵਾਰ ਪਹਿਰੇਦਾਰ ਵੀ ਰਾਤ ਜਾਗ ਰਹੇ ਹੁੰਦੇ ਆ, ਪਰ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਉਹਨਾਂ ਦਾ ਜੀਵਨ ਸਫਲਾ ਥੋੜਾ ਹੋ ਸਕਦਾ। ਔਰ ਇਸੇ ਤਰ੍ਹਾਂ ਕਈ ਰਾਤ ਭਰ ਜਾਗਦੇ, ਚੋਰ ਵੀ ਭਾਵੇਂ ਰਾਤ ਜਾਗਦੇ ਆ, ਪਰ ਉਹਨਾਂ ਦਾ ਕਰਮ ਹੋਰ ਹੈ, ਉਹ ਸਿਮਰਨ ਥੋੜਾ ਕਰ ਰਹੇ ਹੁੰਦੇ ਆ। ਚੋਰ ਵੀ ਰਾਤ ਦੇ ਸਮੇਂ ਦਾਲ ਲਾਉਣ ਦੇ ਵਾਸਤੇ ਜਾਗਦੇ ਆ ਨਾ, ਉਹ ਵੀ ਭਾਵੇਂ ਉਦਮ ਕਰਦੇ ਆ, ਪਰ ਉਹਨਾਂ ਦਾ ਕਰਮ ਮਾੜਾ। ਕਰਮ ਚੰਗਾ ਨਾ ਹੋਣੇ ਕਰਕੇ ਸਾਧ ਸੰਗਤ ਜੀ ਪਰਮਾਤਮਾ ਦਾ ਸਿਮਰਨ ਨਾ ਕਰਨੇ ਕਰਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਅਜਾਈ ਚਲੀ ਜਾਂਦੀ ਹੈ। ਕਿੰਨੇ ਕਿੰਨੇ ਹੋਰ ਵੀ ਜੀਵ ਜਿਹੜੇ ਰਾਤ ਦੇ ਸਮੇਂ ਜਾਗਦੇ ਰਹਿੰਦੇ ਆ, ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਦੇ। ਵਾਹਿਗੁਰੂ ਦੇ ਪਿਆਰੇ ਜਿਹੜੇ ਜਾਗਰਤ ਅਵਸਥਾ ਵਿੱਚ ਰਹਿੰਦੇ ਆ ਨਾ, ਨਾਮ ਸਿਮਰਹਿ ਅਨ ਦਿਨੋ। ਜੇ ਜਾਗਦੇ ਆ ਤੇ ਪਰਮੇਸ਼ਰ ਦਾ ਨਾਮ ਵੀ ਜਪਦੇ ਆ, ਵਾਹਿਗੁਰੂ ਦੇ ਨਾਮ ਦਾ ਹੀ ਜਾਪ ਕਰਦੇ ਹਨ। ਪਰਮਾਤਮਾ ਦੇ ਨਾਮ ਰੂਪ ਚਰਨ ਕਮਲਾਂ ਦੇ ਹਿਰਦੇ ਅੰਦਰ ਧਿਆਨ ਧਾਰਨ ਕਰਕੇ ਰੱਖਦੇ ਹਨ। ਧਿਆਨ ਨੂੰ ਵੀ ਕਿਸੇ ਪਾਸੇ ਨਹੀਂ ਜਾਣ ਦਿੰਦੇ, ਕਿਉਂਕਿ ਜੇ ਧਿਆਨ ਹੋਰ ਪਾਸੇ ਚਲਾ ਜਾਵੇ ਤੇ ਜੇ ਕੋਈ ਗੱਲ ਸੁਣ ਰਹੀ ਹੋਈਏ ਨਾ, ਉਹਦਾ ਪਤਾ ਨਹੀਂ ਲੱਗਦਾ ਕਿ ਸਾਡੇ ਲਾਗੇ ਬੰਦੇ ਨੇ ਕੀ ਗੱਲ ਕੀਤੀ ਹੈ। ਚਾਰ ਮਨੁੱਖ ਬੈਠੇ ਨੇ ਤੇ ਇੱਕ ਜਾਣਾ ਕੋਈ ਵਿਚਾਰ ਸੁਣਾਉਂਦਾ ਪਿਆ, ਤਿੰਨ ਬੜੇ ਧਿਆਨ ਦੇ ਨਾਲ ਸੁਣ ਰਹੇ ਨੇ, ਬੜਾ ਧਿਆਨ ਟਿਕਾ ਕੇ। ਜਦੋਂ ਕੋਈ ਵਿਚਾਰ ਚੱਲ ਰਹੀ ਸੀ, ਉਹ ਵਿਚਾਰ ਚੱਲਦੇ ਇੱਕ ਬਾਹਰੋਂ ਕੋਈ ਪੰਜਵਾਂ ਮਨੁੱਖ ਆਇਆ ਤੇ ਉਹਨੇ ਆ ਕੇ ਇੱਕ ਦੇ ਕੰਨ ਵਿੱਚ ਕੋਈ ਗੱਲ ਕਹੀ, ਤੇ ਜਿਹੜਾ ਸੁਣਾ ਰਿਹਾ ਸੀ ਨਾ, ਉਹਨੂੰ ਉਹ ਦੁਬਾਰਾ ਕਹਿੰਦਾ ਕਿ ਭਾਈ ਸਾਹਿਬ ਤੁਸੀਂ ਆ ਜਿਹੜੀ ਗੱਲ ਕੀਤੀ ਮੈਨੂੰ ਸਮਝ ਨਹੀਂ ਆਈ, ਕੀ ਆਖਿਆ? ਕਹਿੰਦਾ ਕਿ ਕਾਰਨ ਕੀ? ਕਹਿੰਦਾ ਮੇਰਾ ਧਿਆਨ ਦੂਜੇ ਪਾਸੇ ਚਲਾ ਗਿਆ ਸੀ, ਫਲਾਣਾ ਬੰਦਾ ਆਇਆ ਮੇਰੇ ਕੰਨ ਵਿੱਚ ਕੋਈ ਗੱਲ ਕਰਕੇ ਗਿਆ।
ਮੇਰਾ ਧਿਆਨ ਵਿੱਚ ਨਹੀਂ ਸੀਗਾ। ਭਾਵੇਂ ਕੋਲ ਬੈਠਾ ਹੋਇਆ, ਕੰਨ ਵੀ ਸੁਣਦੇ ਪਏ ਐ, ਪਰ ਧਿਆਨ ਸ਼ਕਤੀ ਨਾ ਹੋਣੇ ਕਰਕੇ ਸਾਧ ਸੰਗਤ ਜੀ ਉਹਨੂੰ ਗੱਲ ਨਹੀਂ ਸਮਝ ਆਈ। ਇਹ ਤਾਂ ਇੱਕ ਦੁਨਿਆਵੀ ਗੱਲ ਹੈ, ਕੋਈ ਦੁਨਿਆਵੀ ਵਿਚਾਰ ਹੈ, ਪਰ ਜਿਹੜੇ ਪਰਮੇਸ਼ਰ ਦਾ ਜਸ ਸਰਵਣ ਕਰਨਾ ਹੈ, ਵਾਹਿਗੁਰੂ ਦੀ ਪ੍ਰਾਪਤੀ ਦੀ ਜਿਹੜੇ ਸਾਧ ਸੰਗਤ ਜੀ ਸਿੱਖਿਆ ਨੂੰ ਸੁਣਨਾ ਹੈ, ਇਹ ਤਾਂ ਇੱਕ ਬੜੀ ਸੂਖਮ ਕਲਾ ਹੈ। ਇਹਦੇ ਵਿੱਚ ਕਿੰਨਾ ਧਿਆਨ ਟਿਕਾਉਣਾ ਜ਼ਰੂਰੀ ਹੈ, ਇਹ ਸਾਨੂੰ ਆਪ ਅੰਦਾਜ਼ਾ ਲਗਾਉਣਾ ਚਾਹੀਦਾ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਹਨ, ਪ੍ਰਭ ਕੀ ਉਸਤਤ ਕਰਹੁ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਪਹਿਲਾਂ ਤਨ ਨੂੰ ਸਾਵਧਾਨ ਕਰਨਾ ਪਵੇਗਾ, ਮਨ ਤਾਂ ਹੀ ਇਕਾਗਰ ਹੋਵੇਗਾ ਨਾ। ਜੇ ਤਨ ਕਰਕੇ ਹੀ ਭਟਕੀ ਜਾਵੇ, ਕਦੇ ਕਿਸੇ ਪਾਸੇ ਭਟਕ ਜਾਂਦਾ, ਕਦੇ ਕਿਸੇ ਪਾਸੇ ਭੱਜਾ ਫਿਰਦਾ, ਕਦੇ ਕੋਈ ਸਮਾਂ ਚੌਂਕੜਾ ਲਗਾ ਕਰਕੇ ਵੀ ਨਹੀਂ ਬੈਠ ਸਕਦਾ, ਕੋਈ ਸਮਾਂ ਇਹ ਤਨ ਨੂੰ ਵੀ ਨਹੀਂ ਟਿਕਾ ਸਕਦਾ, ਤੇ ਮਨ ਨੂੰ ਕਿੱਦਾਂ ਟਿਕਾਵੇਗਾ? ਪਹਿਲਾਂ ਤਾਂ ਤਨ ਨੂੰ ਆਪਣੇ ਵਸ ਵਿੱਚ ਕਰਨਾ ਪਵੇਗਾ ਨਾ, ਮਨ ਤਾਂ ਹੀ ਵਸੀਕਾਰ ਹੋਵੇਗਾ। ਜਦੋਂ ਤਨ ਟਿਕਾਉਣਾ ਸ਼ੁਰੂ ਕਰ ਦਿੱਤਾ, ਫਿਰ ਮਨ ਵੀ ਸਹਿਜੇ ਸਹਿਜੇ ਟਿਕਣ ਲੱਗ ਪਵੇਗਾ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਚਰਨ ਕਮਲ ਧਿਆਨ ਹਿਰਦੈ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਰੂਪ ਚਰਨ ਕਮਲਾਂ ਦਾ ਧਿਆਨ ਹੈ, ਉਹਨਾਂ ਨੂੰ ਪਰਮਾਤਮਾ ਇੱਕ ਖਿਨ ਮਾਤਰ ਸਮਾਂ ਵੀ ਵਿਸਰਦਾ ਨਹੀਂ ਹੈ। ਜਿਨ੍ਹਾਂ ਦਾ ਧਿਆਨ ਟਿਕਿਆ ਰਹਿੰਦਾ ਹੈ, ਉਹ ਸਾਧ ਸੰਗਤ ਜੀ ਜਦੋਂ ਧਿਆਨ ਦੀ ਪਰਪੱਕਤਾ ਹੋ ਜਾਂਦੀ ਹੈ, ਉਦੋਂ ਫਿਰ ਤਨ ਕਰਕੇ ਭਾਵੇਂ ਕਿਰਤ ਕਰੀ ਜਾਵੇ, ਸੰਸਾਰ ਦੇ ਅੰਦਰ ਵੀ ਭਾਵੇਂ ਵਿਚਰਦਾ ਹੋਵੇ, ਪਰ ਧਿਆਨ ਜਿਹੜਾ ਨਾ ਫਿਰ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਗਰੀਬ ਨਵਾਜ ਮਹਾਰਾਜ ਜੀ ਦਾ ਭਗਤ ਰਸਨਾ ਦੁਆਰਾ ਪਾਵਨ ਬਚਨ ਹੈ। ਕਹਿੰਦੇ ਹਨ ਕਿ हे ਪ੍ਰਾਣਾ ਧਾਰੀ ਜੀਵ, ਧਿਆਨ ਜਿਹੜਾ ਇਹਨਾਂ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਾ ਕਰਕੇ ਰੱਖਿਆ ਕਰ। ਹੱਥਾਂ ਪੈਰਾਂ ਦੇ ਨਾਲ ਭਾਵੇਂ ਤੂੰ ਕਿਰਤ ਕਰ ਲੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਤੇਰਾ ਵੇਲਾ ਇਹਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਰੱਖਿਆ ਕਰ। ਸਿਮਰਨ ਪ੍ਰਮਾਤਮਾ ਦਾ ਕਰਿਆ ਕਰ, ਯਾਦ ਵਾਹਿਗੁਰੂ ਦੀ ਜੁੜਿਆ ਕਰ, ਤੇ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਬੰਧਨਾਂ ਦੇ ਵਿੱਚ ਤੂੰ ਆਜ਼ਾਦ ਹੋ ਸਕਦਾ ਜੇ ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਦਾ। ਇਸ ਲਈ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਪ੍ਰਭ ਅਕਾਲ ਪੁਰਖ ਵਾਹਿਗੁਰੂ ਜਿਹੜਾ ਪਰਮੇਸ਼ਰ ਹੈ ਨਾ, ਉਹ ਇੱਕ ਖਿਨ ਮਾਤਰ ਸਮਾਂ ਵੀ ਪਰਮਾਤਮਾ ਗੁਰਮੁਖਾਂ ਨੂੰ ਵਿਸਰਦਾ ਨਹੀਂ ਹੈ। हे ਪ੍ਰਾਣਾ ਧਾਰੀ ਜੀਵ, ਸ਼ਰੀਰਾਂ ਦਾ ਮੋਹ, ਮਨ ਦਾ ਮਾਣ ਔਰ ਜਿਹੜੇ ਪ੍ਰਬਲ ਵਿਕਾਰ ਹਨ, ਇਹਨਾਂ ਨੂੰ ਛੱਡ ਦੇਣਾ ਕਰ। ਤੇ ਜਿਹੜੇ ਕਲਮਲਾ ਬੱਜਰ ਪਾਪ ਹੈ ਨਾ, ਅਤੇ ਜੰਮਣ ਮਰਨ ਦੇ ਅਗਿਆਨ ਆਦਿਕ ਦੇ ਦੁੱਖ ਹਨ, ਤੇ ਇਹਨਾਂ ਨੂੰ ਸ਼ਬਦ ਦਾ ਆਸਰਾ ਲੈ ਕੇ ਜਾਲੇ ਸਾੜ ਦੇਣਾ ਕਰ, ਜਾਰ ਦੇਣਾ ਕਰ। ਸ਼ਬਦ ਰੂਪ ਪ੍ਰਚੰਡ ਅੱਗ ਦੇ ਵਿੱਚ ਮਹਾਰਾਜ ਕਹਿੰਦੇ ਇਹਨਾਂ ਨੂੰ ਸਾੜ ਦੇ, ਜਿਹੜੇ ਕੀਤੇ ਹੋਏ ਕਲਮਲਾ ਪਾਪ ਕਰਮ ਹਨ, ਜਿਹੜੇ ਕੁਰਲਾਹਟ ਪਾਉਣ ਵਾਲੇ, ਮਨ ਨੂੰ ਇਕਾਗਰ ਨਹੀਂ ਹੋਣ ਦਿੰਦੇ, ਉਹਨਾਂ ਕਲਮਲਾ ਬੱਜਰ ਪਾਪ ਕਰਮਾਂ ਨੂੰ ਤੂੰ ਸਾੜ ਦੇਣਾ ਕਰ ਸ਼ਬਦ ਦਾ ਆਸਰਾ ਲੈ ਕੇ। ਔਰ ਇਸੇ ਪ੍ਰਕਾਰ ਸ਼ਰੀਰਾਂ ਦਾ ਮੋਹ ਬਣਿਆ ਹੋਇਆ, ਪ੍ਰਬਲ ਵਿਕਾਰ ਹਨ, ਮਨ ਦਾ ਮਾਣ ਨਹੀਂ ਦੂਰ ਹੁੰਦਾ। ਮਨ ਤੂੰ ਮਤ ਮਾਨ ਕਰਹਿ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ ਐਸੀ ਅਵਸਥਾ ਬਣਾ, ਨਿਮਰਤਾ ਧਾਰਨ ਕਰ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਹੇ ਗੁਰਸਿੱਖੋ, ਵਾਹਿਗੁਰੂ ਦੇ ਪਿਆਰੇ ਸਦਾ ਹੀ ਜਾਗਰਤ ਅਵਸਥਾ ਵਿੱਚ ਰਹਿੰਦੇ ਜਾਗਦੇ ਹਨ। ਜਿਨ੍ਹਾਂ ਨੇ ਦਾਸ ਦਾ ਭਾਵਨਾ ਜੀਵਨ ਵਿੱਚ ਧਾਰਨ ਕਰੀ ਹੈ, ਪਰਮੇਸ਼ਰ ਦੇ ਪਿਆਰੇ ਜਿਹੜੇ ਸੰਤ ਮਹਾਪੁਰਸ਼ ਹਨ, ਉਹ ਸਦਾ ਹੀ ਜਾਗਦੇ ਰਹਿੰਦੇ ਹਨ, ਕਦੇ ਵੀ ਮਨ ਕਰਕੇ ਸੌਂਦੇ ਨਹੀਂ ਹਨ। ਪੜ੍ਹ ਦੋ ਮੇਰੀ ਸਿਰਜੜੀ ਆਡੰਬਰ ਬਣਿਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦੇ ਰਹੇ ਹਨ। ਮਹਾਰਾਜ ਕਹਿੰਦੇ ਹਨ, ਜਿਹੜੀ ਸਾਡੀ ਸ਼ਰਧਾ ਰੂਪ ਸੇਜ ਹੈ ਨਾ, ਇਹਦਾ ਅਡੰਬਰ ਬਣਿਆ ਹੋਇਆ ਹੈ।
ਅਡੰਬਰ ਨਾਮ ਸਾਧ ਸੰਗਤ ਜੀ ਸੇਜਦਾ ਹੈ, ਮੇਰੀ ਸੇਜੜੀ ਹੈ ਆਡੰਬਰ ਬਣਿਆ। ਕਹਿੰਦੇ ਸਾਡੇ ਜਿਹੜੇ ਹਿਰਦੇ ਰੂਪੀ ਸੇਜ ਆ ਨਾ, ਇਹਦੇ ਤੇ ਅਡੰਬਰ ਬਣਿਆ ਪਰਮੇਸ਼ਰ ਦੀ ਪ੍ਰਾਪਤੀ ਦਾ। ਔਰ ਅਡੰਬਰ ਕੀ ਹੈ? ਜੋ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਪਾਉਣ ਦੇ ਵਾਸਤੇ ਜੋ ਜੀਵ ਰੂਪ ਸਖੀ ਨੇ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਹਿਰਦੇ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਕੀਤਾ। ਸਾਧ ਸੰਗਤ ਜੀ ਮਨ ਬੁੱਧ ਚਿੱਤ ਹੰਕਾਰ ਇਹ ਜਾਣੋ ਕਿ ਸੇਜ ਦੇ ਵਾਸਤੇ ਜਿਹੜੇ ਪਲੰਗੇ ਦੇ ਭਾਵੇ ਹਨ। ਔਰ ਇਸੇ ਪ੍ਰਕਾਰ ਇਸ ਦੇ ਮਹਾਰਾਜ ਕਹਿੰਦੇ ਜਿਹੜੀਆਂ ਬਿਰਤੀਆਂ ਹਨ, 4 ਬਿਰਤੀਆਂ ਨੂੰ ਵੀ ਸਾਧ ਸੰਗਤ ਜੀ ਨੂੰ ਸੇਰ ਲੱਗੇ ਹੋਏ ਹੈ। ਔਰ ਇਸੇ ਪ੍ਰਕਾਰ ਤੁਲਤਾ ਰੂਪ ਤਲਾਈ ਵਿਛਾਉਣਾ ਕੀਤੀ ਹੈ। ਤੇ ਸਾਧ ਸੰਗਤ ਜੀ ਜਿਹੜਾ ਪ੍ਰੇਮ ਰੂਪੀ ਬਾਣ ਦੇ ਨਾਲ ਇਸ ਨੂੰ ਚੁਣਿਆ ਹੋਇਆ ਹੈ, ਸ਼ਰਧਾ ਰੂਪੇ ਵਿਛਾਉਣਾ ਵਿਛਾਇਆ ਹੋਇਆ ਹੈ। ਔਰ ਜਿਹੜੇ ਮਹਾਵਾਕ ਹਨ, ਇਹਨਾਂ ਮਹਾਵਾਕਾਂ ਰੂਪੀ ਜਿਵੇਂ ਸਾਧ ਸੰਗਤ ਜੀ ਸੋਹਣਾ ਸ਼ਿੰਗਾਰ ਕਰਨ ਦੇ ਵਾਸਤੇ ਜੋ ਲੱਕੜ ਆਦਿਕ ਦੇ ਤੋਤੇ ਬਣਾ ਕਰਕੇ ਟੰਗੇ ਹੁੰਦੇ ਆ, ਸ਼ਿੰਗਾਰਨ ਦੇ ਵਾਸਤੇ ਸੇਜਾਂ ਨੂੰ, ਫਿਰ ਫੁੱਲਾਂ ਦੀ ਸੇਜਾ ਬਣਾ ਕਰਕੇ ਸ਼ਿੰਗਾਰੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਰੂਪ ਸਖੀ ਨੇ ਜੋ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਐਸੇ ਜਿਹੜੇ ਸ਼ੁਭ ਗੁਣ ਹਨ, ਜਾਣੋ ਕਿ ਤੋਤੇ ਲਟਕਾਏ ਹੋਏ ਆ। ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਦਾ ਜਿਹੜਾ ਤਿਆਗ ਕਰਨਾ, ਇਹ ਫੁੱਲ ਭੇਟ ਕੀਤੇ ਹੋਏ ਅਰਪਣ ਕੀਤੇ ਹੋਏ ਹਨ। ਐਸੇ ਕਹਿੰਦੇ ਕਿ ਸੁੰਦਰ ਸੇਜਾਂ ਨੂੰ ਵਿਛਾਇਆ, ਸ਼ਰਧਾ ਰੂਪ ਸੇਜ ਵਿਛਾਈ ਹੋਈ ਹੈ। ਇਹ ਜੀਵ ਰੂਪ ਸਖੀ ਨੇ ਮੇਰੀ ਸੇਜੜੀ ਹੈ ਆਡੰਬਰ ਬਣਿਆ। ਕਹਿੰਦੇ ਸਾਡੇ ਹਿਰਦੇ ਰੂਪ ਸੇਜਾ ਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਆਡੰਬਰ ਬਣਿਆ, ਜਿਸ ਕਰਕੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ। ਜਦੋਂ ਪਰਮਾਤਮਾ ਦਾ ਆਉਣਾ ਸੁਣਿਆ ਹੈ ਤੇ ਮਨ ਦੇ ਵਿੱਚ ਬੜਾ ਆਨੰਦ ਪ੍ਰਾਪਤ ਹੋਇਆ ਹੈ ਕਿ ਮੈਨੂੰ ਹੁਣ ਪਤੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਣ ਵਾਲੀ ਹੈ। ਮੇਰੇ ਹਿਰਦੇ ਰੂਪ ਸੇਜਾ ਤੇ ਪਰਮੇਸ਼ਰ ਦੇ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪਾ ਆਨੰਦ ਮੈਨੂੰ ਪ੍ਰਾਪਤ ਹੋਵੇਗਾ। ਮਨ ਆਨੰਦ ਭਇਆ। ਇਹ ਜੀਵ ਰੂਪ ਸਖੀ ਦੇ ਮਨ ਵਿੱਚ ਬੜਾ ਆਨੰਦ ਪ੍ਰਾਪਤ ਹੋਇਆ ਹੈ। ਜੋ ਸੁਖਾਂ ਦੇ ਸਰੂਪ ਵਿੱਚ ਗਮਤਾ ਕਰਾਉਣ ਵਾਲਾ ਪਰਮੇਸ਼ਰ ਹੈ, ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਰੂਪ ਹੈ। ਪ੍ਰਭ ਮਿਲੇ ਸੁਆਮੀ, ਕੈਸਾ ਮਾਲਕ ਮਿਲਿਆ ਸੁਖ ਹੈ ਗਾਮੀ। ਗਾਮੀ ਕਹਿੰਦੇ ਨੇ ਗਮਤਾ ਕਰਨੇ ਨੂੰ। ਸੁਖਾਂ ਦੇ ਵਿੱਚ ਭਾਵ ਆਨੰਦ ਸਰੂਪ ਦੇ ਵਿੱਚ ਗਮਤਾ ਕਰਾਉਣ ਵਾਲਾ, ਸੁਖ ਸਰੂਪ ਦੀ ਦਾਤ ਬਖਸ਼ਿਸ਼ ਕਰਨ ਵਾਲਾ ਮਾਲਕ ਮਿਲ ਗਿਆ ਹੈ। ਤੇ ਜਿਹੜਾ ਮਨ ਦੇ ਵਿੱਚ ਚਾਉ ਸੀ ਨਾ, ਉਤਸ਼ਾਹ ਬਣਿਆ ਸੀ ਪਰਮੇਸ਼ਰ ਦੀ ਪ੍ਰਾਪਤੀ ਦਾ, ਪੂਰਾ ਹੋ ਗਿਆ। ਮੰਗਲ ਕਹਿੰਦੇ ਨੇ ਖੁਸ਼ੀਆਂ ਨੂੰ, ਵਾਹਿਗੁਰੂ ਦੇ ਖੁਸ਼ੀਆਂ ਦੇ ਗੀਤ ਗਾ ਰਹੇ ਹਾਂ। ਰਸ ਭਰੇ ਹਿਰਦਾ ਵੀ ਪਰਮਾਤਮਾ ਦੇ ਪ੍ਰੇਮ ਰਸ ਦੇ ਨਾਲ ਭਰ ਗਿਆ ਹੈ। ਜਦੋਂ ਇਹ ਜੀਵ ਰੂਪ ਸਖੀ ਨੇ ਪਰਮਾਤਮਾ ਦੇ ਸਰੂਪ ਰੂਪੀ ਅੰਗ ਨਾਲ ਲਗਣਾ ਕੀਤਾ ਤੇ ਸਾਰੇ ਜੰਮਣ ਮਰਨ ਦੇ ਅਗਿਆਨ ਦੇ ਸਭ ਦੁੱਖ ਭੱਜ ਗਏ ਹਨ। ਜਿਵੇਂ ਸਾਧ ਸੰਗਤ ਜੀ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਵਿਛੜ ਜਾਵੇ ਨਾ, ਮੇਲੇ ਵਿੱਚ ਗਵਾਚ ਜਾਵੇ ਤੇ ਕਿੱਦਾਂ ਰੋਂਦਾ ਹੈ, ਕਿੰਨਾ ਦੁਖੀ ਹੁੰਦਾ ਹੈ, ਉੱਚੀ ਉੱਚੀ ਭੱਬਾ ਮਾਰ ਮਾਰ ਕੇ ਰੋਂਦਾ ਹੈ। ਤੇ ਜਦੋਂ ਮਾਂ ਪਿਓ ਮਿਲ ਜਾਂਦੇ ਤੇ ਗਲ ਲੱਗ ਕੇ ਬੜਾ ਉਹਨੂੰ ਸਕੂਨ ਮਿਲਦਾ, ਬੜਾ ਖੁਸ਼ ਹੁੰਦਾ। ਜਿਹੜਾ ਰੋਣ ਦਾ ਵਿਛੋੜੇ ਦਾ ਦੁੱਖ ਉਹਦਾ ਦੂਰ ਹੋ ਜਾਂਦਾ। ਇਸੇ ਤਰ੍ਹਾਂ ਸੰਸਾਰ ਰੂਪੀ ਮੇਲੇ ਦੇ ਵਿੱਚ ਜੀਵ ਰੂਪੀ ਬੱਚਾ ਵਿਛੜਿਆ ਹੋਇਆ ਪ੍ਰਮਾਤਮਾ ਤੋਂ। ਕਦੇ ਕਿਸੇ ਪਾਸੇ, ਕਿਉਂਕਿ ਬੱਚੇ ਦਾ ਸੁਭਾਅ ਹੁੰਦਾ ਸਜੇ ਹੋਏ ਬਾਜ਼ਾਰਾਂ ਵਿੱਚ ਰੰਗ ਬਰੰਗੇ ਖਿਡੌਣਿਆਂ ਦੇ ਵਿੱਚ ਮਨ ਪਰਚ ਜਾਂਦਾ, ਤੇ ਫਿਰ ਉਹ ਆਪਣੇ ਮਾਂ ਪਿਓ ਦੀ ਹੱਥ ਛੱਡ ਕੇ ਨਾ ਹੋਰ ਪਾਸੇ ਉਹਦਾ ਮਨ ਰੰਗਿਆ ਜਾਂਦਾ ਤੇ ਮੇਲੇ ਵਿੱਚ ਵਿਛੜ ਜਾਂਦਾ। ਮਹਾਰਾਜ ਕਹਿੰਦੇ ਜੀਵ ਰੂਪੀ ਜਿਹੜਾ ਬੱਚਾ ਨਾ, ਇਹ ਸੰਸਾਰ ਰੂਪੀ ਮੇਲੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਬਾਜ਼ਾਰਾਂ ਦੇ ਵਿੱਚ ਮਨ ਰੰਗਿਆ ਹੋਇਆ, ਜਿਸ ਕਰਕੇ ਪ੍ਰਮਾਤਮਾ ਨੂੰ ਭੁਲਾ ਦਿੱਤਾ। ਵਾਹਿਗੁਰੂ ਤੋਂ ਵਿਛੜ ਕਰਕੇ ਫਿਰ ਰੋਂਦਾ, ਕਦੇ ਕਿਸੇ ਪਾਸੇ ਜਾ ਕੇ ਦੁਖੀ ਹੁੰਦਾ, ਕਦੇ ਕਿਸੇ ਪਾਸੇ ਜਾ ਕੇ ਦੁਖੀ ਹੁੰਦਾ, ਮਨ ਨਹੀਂ ਸ਼ਾਂਤ ਹੁੰਦਾ। ਪਰ ਜਦੋਂ ਪਰਮੇਸ਼ਰ ਰੂਪ ਮਾਤਾ ਪਿਤਾ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਫਿਰ ਜੰਮਣ ਮਰਨ ਦਾ ਦੁੱਖ, ਵਿਛੋੜੇ ਦਾ ਰੋਣਾ, ਦੁੱਖ ਝੋਰਾ ਸਭ ਦੂਰ ਹੋ ਜਾਂਦਾ।
ਮਨ ਵਿੱਚ ਬੜਾ ਆਨੰਦ ਪ੍ਰਾਪਤ ਹੁੰਦਾ ਹੈ, ਬੜਾ ਮਨ ਜਿਹੜਾ ਸ਼ਾਂਤ ਹੋ ਜਾਂਦਾ ਹੈ। ਔਰ ਇਸ ਪ੍ਰਕਾਰ ਸਤਿਗੁਰੂ ਜੀ ਨੇ ਉਚਾਰਨ ਕੀਤਾ। ਫਿਰ ਪੰਕਤੀ ਪੜੋ ਜੀ। ਅੰਗ ਸੰਗ ਲਾਗੇ ਦੁਖ ਭਾਗੇ, ਤਿਨਾਂ ਦੇ ਜੰਮਣ ਮਰਨ ਦੇ ਅਗਿਆਨ ਇਤਿਆਦਿਕ ਦੇ ਦੁੱਖ ਭੱਜ ਗਏ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਸ਼ਬਦ ਰੂਪੀ ਅੰਗ ਦੇ ਨਾਲ ਚਿਤ ਬਿਰਤੀ ਕਰਕੇ ਲੱਗਣਾ ਕੀਤਾ, ਜਿਨ੍ਹਾਂ ਦੀ ਸੁਰਤ ਮਹਾਰਾਜ ਸਾਹਿਬ ਜੀ ਦੇ ਸ਼ਬਦ ਰੂਪੀ ਅੰਗ ਦੇ ਨਾਲ ਲੱਗੀ ਹੈ, ਕਿਉਂਕਿ ਸ਼ਬਦ ਹੀ ਸਤਿਗੁਰੂ ਜੀ ਦਾ ਸਰੂਪ ਹੈ। ਸਤਿਗੁਰੂ ਜੀ ਅਕਾਲ ਪੁਰਖ ਪਰਮਾਤਮਾ ਜੀ ਦਾ ਸਰੂਪ ਹਨ। ਅਕਾਲ ਪੁਰਖ ਪਰਮਾਤਮਾ ਸਤਿਗੁਰੂ ਜੀ ਦਾ ਸਰੂਪ ਹੈ, ਸਤਿਗੁਰੂ ਜੀ ਸ਼ਬਦ ਸਰੂਪ ਹਨ। ਤੇ ਸ਼ਬਦ ਦੇ ਨਾਲ ਜਿਨ੍ਹਾਂ ਦਾ ਅੰਗ ਚਿਤ ਰੂਪੀ ਅੰਗ ਲੱਗ ਜਾਂਦਾ ਹੈ, ਮਹਾਰਾਜ ਕਹਿੰਦੇ ਤਿਨਾਂ ਦੇ ਜੰਮਣ ਮਰਨ ਸਾਰੇ ਦੁੱਖ ਵਾਹਿਗੁਰੂ ਦੂਰ ਕਰ ਦਿੰਦਾ ਹੈ। ਪ੍ਰਾਣ ਮਨ ਤਨ ਸਭ ਹਰੇ, ਫਿਰ ਪ੍ਰਾਣ ਵੀ ਮਨ ਵੀ ਤਨ ਵੀ ਸਭ ਹਰੇ ਭਰੇ ਹੋ ਜਾਂਦੇ, ਪ੍ਰਫੁੱਲਤ ਹੋ ਜਾਂਦੇ ਹੈ। ਪ੍ਰਾਣ ਵੀ ਸਫਲੇ ਹੋ ਜਾਂਦੇ, ਹਰ ਸਵਾਸ ਦੇ ਨਾਲ ਫਿਰ ਪਰਮਾਤਮਾ ਦਾ ਸਿਮਰਨ ਕਰਦਾ ਹੈ। ਤਨ ਕਰਕੇ ਵੀ ਮਨ ਕਰਕੇ ਵੀ ਜੀਵ ਪ੍ਰਫੁੱਲਤ ਹੋ ਜਾਂਦਾ ਹੈ। ਮਨ ਇੱਛ ਪਾਈ ਪ੍ਰਭ ਧਿਆਈ, ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਤਿਨਾਂ ਨੇ ਮਨ ਨਿਸ਼ਚਿਤ ਦਾਤ ਪਾਈ ਹੈ। ਮਹਾਰਾਜ ਤੁਹਾਡੇ ਸਰੂਪ ਦੀ ਪ੍ਰਾਪਤੀ ਦੀ ਮਨ ਨਿਸ਼ਚਿਤ ਦਾਤ ਅਸਾਂ ਨੇ ਪਾ ਲਈ ਹੈ। ਕਿਵੇਂ? ਪ੍ਰਭ ਧਿਆਈ, ਪ੍ਰਭੂ ਜੀ ਆਪ ਜੀ ਦਾ ਧਿਆਨ ਧਾਰਨ ਕਰਕੇ। ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ, ਮਹਾਰਾਜ ਕਹਿੰਦੇ ਤਿਨਾਂ ਨੇ ਸਰਬ ਫਲ ਪਾਏ ਹੈ, ਤਿਨਾਂ ਨੇ ਸਾਰੀਆਂ ਦਾਤਾਂ ਪਾ ਲਈਆਂ, ਮਨ ਨਿਸ਼ਚਿਤ ਫਲ ਪਾਏ ਹਨ। ਲੋਕ ਸਾਹਾ ਸੁਭ ਗਣਿਆ, ਪਰਮਾਤਮਾ ਨੇ ਜਿਹੜਾ ਸੰਜੋਗ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਮਿਲਾਪ ਹੈ ਨਾ, ਮਿਲਾਪ ਦਾ ਸ਼ੁਭ ਜਿਹੜਾ ਹੈ ਸਾਹਾ ਗਿਣ ਦਿੱਤਾ ਹੈ। ਇਹ ਗਿਣਿਆ ਭਾਵ ਪਹਿਲਾਂ ਵਿਚਾਰ ਕਰਕੇ ਪਰਮਾਤਮਾ ਨੇ ਪਰਾਰਬਧ ਦੇ ਵਿੱਚ ਲਿਖ ਕੇ ਪਾਇਆ ਸੀ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਸਾਹਾ ਹੈ, ਇਹ ਜਾਣੋ ਕਿ ਸਭ ਤੋਂ ਸ਼ੁਭ ਹੈ, ਸਭ ਤੋਂ ਚੰਗਾ ਹੈ। ਜੀਵਨ ਦੇ ਅੰਦਰ ਮਨੁੱਖ ਸਾਹਿਆਂ ਦੀ ਚੰਗੇ ਮਾੜੇ ਦਿਨਾਂ ਦੀ ਵਿਚਾਰਾਂ ਕਰਦਾ ਰਹਿੰਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਉਹ ਸਭ ਤੋਂ ਚੰਗਾ ਤੇ ਜੀਵਨ ਦੇ ਅੰਦਰ ਪਰਮ ਲਾਹਾ ਹੈ, ਸ਼ੁਭ ਸਾਹਾ ਸਮਾਂ ਹੈ ਜਦੋਂ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਹਨ ਕਿ ਵਾਹਿਗੁਰੂ ਦੀ ਪ੍ਰਾਪਤੀ ਦਾ ਲਾਹਾ ਦਾ ਜਿਹੜਾ ਸਾਹਾ ਸੀ ਨਾ, ਸ਼ੁਭ ਹੈ, ਸਭ ਤੋਂ ਪਰਮ ਜਾਣਿਆ ਹੈ। ਜਨਵੰਤ ਨਾਨਕ ਮਿਲੇ ਸ੍ਰੀ ਧਰ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਜਿਨ੍ਹਾਂ ਨੂੰ ਸ੍ਰੀ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ, ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਧਾਰਨ ਕੀਤਾ, ਮਿਲੇ ਹਨ। ਸ਼੍ਰੀ ਨਾਮ ਲక్ష్ਮੀ ਦਾ ਹੈ, ਜਿਨ੍ਹਾਂ ਨੇ ਮਾਇਆ ਵੀ ਆਪਣੇ ਆਸਰੇ ਧਾਰਨ ਕੀਤੀ ਹੈ। ਸਗਲ ਆਨੰਦ ਰਸ ਬਣਿਆ, ਫਿਰ ਸਰਵ ਪ੍ਰਕਾਰ ਹਿਰਦੇ ਅੰਦਰ ਆਨੰਦ ਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਰਸ ਬਣਿਆ ਹੈ। ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣੇ ਚਰਨਾਂ ਦਾ ਪਿਆਰ ਲਾ ਕੇ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਸਰੂਪ ਦੀ ਦਾਤ ਬਖਸ਼ੀ ਹੈ। ਮਿਲ ਸਖੀਆ ਪੁੱਛੇ ਕਹੋ ਕੰਤ ਨਿਸ਼ਾਨੀ, ਸਾਧ ਸੰਗਤ ਜੀ ਪ੍ਰਤੱਖ ਵੀ ਸੰਸਾਰ ਦੀ ਰੀਤੀ ਹੈ। ਜਿਵੇਂ ਪਹਿਲਾਂ ਸਾਧ ਸੰਗਤ ਜੀ ਵਿਆਹ ਤੋਂ ਪਹਿਲਾਂ ਜਿਵੇਂ ਨੌਜਵਾਨ ਜੋ ਬੀਬੀਆਂ ਹੁੰਦੀਆਂ ਪਹਿਲਾਂ ਇਕੱਠੀਆਂ ਮਿਲ ਕਰਕੇ ਸਾਧ ਸੰਗਤ ਜੀ ਖੇਡਣਾ, ਗੱਲਾਂ ਬਾਤਾਂ ਕਰਨੀਆਂ, ਵਿਚਾਰਾਂ ਕਰਨੀਆਂ। ਔਰ ਇਸ ਪ੍ਰਕਾਰ ਜਦੋਂ ਕਿਸੇ ਬੀਬੀ ਦਾ ਵਿਆਹ ਕਾਰਜ ਹੋ ਜਾਂਦਾ ਹੈ ਤੇ ਜਿਹੜੀਆਂ ਉਹਦੀਆਂ ਨਾਲ ਦੀਆਂ ਸਾਧ ਸੰਗਤ ਜੀ ਬੀਬੀਆਂ ਹੁੰਦੀਆਂ, ਸਾਥਣਾ ਹੁੰਦੀਆਂ, ਔਰ ਸਹੁਰੇ ਪਰਿਵਾਰ ਤੋਂ ਜਦੋਂ ਪੇਕੇ ਘਰ ਵਿੱਚ ਚੱਲ ਕੇ ਆਉਂਦੀ ਹੈ ਨਾ, ਇਹ ਬੀਬੀਆਂ ਦਾ ਸੁਭਾਅ ਹੁੰਦਾ ਹੈ। ਪੁੱਛਦੀਆਂ ਨੇ ਕਿ ਤੇਰੇ ਸਹੁਰੇ ਦਾ ਕਿੱਦਾਂ ਦਾ ਸੁਭਾਅ, ਤੇਰੀ ਸੱਸ ਦਾ ਕਿੱਦਾਂ ਦਾ ਸੁਭਾਅ, ਜੇਠ ਦਾ, ਜਠਾਣੀ ਦਾ, ਦੇਰ ਦਰਾਣੀ ਦਾ, ਇਤਿਆਦਿਕ ਸੰਬੰਧੀਆਂ ਦੇ ਸੁਭਾਅ ਪੁੱਛੇ ਜਾਂਦੇ ਆ। ਤੇ ਸਾਧ ਸੰਗਤ ਜੀ ਬੜਾ ਪ੍ਰਸੰਨ ਹੋ ਕਰਕੇ, ਖੁਸ਼ ਹੋ ਕਰਕੇ ਦੱਸਦੀ ਹੈ ਜਿਹੜੀ ਸੁਹਾਗਣ ਬਣ ਜਾਂਦੀ, ਜਿਹਦਾ ਵਿਆਹ ਹੋ ਜਾਂਦਾ ਹੈ, ਸਹੁਰੇ ਪਰਿਵਾਰ ਤੋਂ ਆਉਂਦੀ ਨਾ ਪੇਕੇ ਘਰ ਦੇ ਵਿੱਚ, ਤੇ ਆਪਣੇ ਨਾਲ ਦੀਆਂ ਜਿਨ੍ਹਾਂ ਦੇ ਨਾਲ ਮਿੱਤਰਤਾ ਹੁੰਦੀ ਹੈ, ਖੇਡਦਾ ਹੀ ਹੁੰਦੀ ਪਹਿਲਾ ਸਮੇਂ ਦੇ ਵਿੱਚ, ਉਹਨੂੰ ਬੜੇ ਪਿਆਰ ਦੇ ਨਾਲ ਸਾਰਾ ਦੱਸਦੀ ਹੈ। ਪਰ ਜਦੋਂ ਉਹਦੇ ਨਾਲ ਦੀਆਂ ਸਾਥਣਾਂ ਜਦੋਂ ਪੁੱਛਦੀਆਂ ਨੇ ਕਿ ਜਦੋਂ ਪਤੀ ਦੇ ਨਾਲ ਮਿਲਾਪ ਹੋਇਆ, ਪਤੀ ਦੇ ਦਰਸ਼ਨ ਪ੍ਰਾਪਤ ਹੋਏ ਸਨ, ਉਹ ਆਨੰਦ ਕਿੱਦਾਂ ਦਾ ਸੀਗਾ। ਸਾਧ ਸੰਗਤ ਜੀ ਉਹ ਫਿਰ ਪਿਆਰ ਦੇ ਵਿੱਚ ਭਿੱਜੀ ਹੋਈ ਸ਼ਰਮਾ ਕਰਕੇ ਜੋ ਆਪਣਾ ਮੁਖ ਮੋੜ ਲੈਂਦੀ ਹੈ,
ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੀਆਂ ਜੀਵ ਰੂਪ ਸਖੀਆਂ ਨਾ, ਜਗਿਆਸੂ ਰੂਪ ਸਖੀਆਂ ਜੋ ਮਿਲ ਕਰਕੇ ਪ੍ਰਮਾਤਮਾ ਦੇ ਜਸ ਗਾਉਂਦੀਆਂ ਹਨ, ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਦੀਆਂ, ਤੇ ਜਿਹੜੀ ਜੀਵ ਰੂਪ ਸਖੀ ਪਤੀ ਪ੍ਰਮਾਤਮਾ ਦੇ ਨਾਲ ਮਿਲ ਜਾਂਦੀ ਹੈ ਨਾ, ਪ੍ਰਮਾਤਮਾ ਦੇ ਨਾਲ ਜੀ ਦਾ ਸੰਬੰਧ ਬਣ ਜਾਂਦਾ ਹੈ। ਫਿਰ ਦੂਜੀਆਂ ਜਿਹੜੀਆਂ ਜਗਿਆਸੂ ਰੂਪ ਸਖੀਆਂ ਹੁੰਦੀਆਂ ਉਹ ਫਿਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸੁਹਾਗਣ ਜੀਵ ਰੂਪ ਸਖੀ ਨੂੰ, ਮਹਾਤਮਾ ਨੂੰ ਪੁੱਛਦੀ ਹੈ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਗਿਆਨ ਹੈ ਉਹ ਗਿਆਨ ਕਿਹੋ ਜਿਹਾ ਹੈ, ਕਿਹੋ ਜਿਹਾ ਗਿਆਨ ਦਾ ਆਨੰਦ ਹੈ, ਪਰਮੇਸ਼ਰ ਦੇ ਨਾਮ ਦਾ ਕਿਹੋ ਜਿਹਾ ਆਨੰਦ ਹੈ, ਔਰ ਪ੍ਰੇਮ ਦਾ ਕਿਹੋ ਜਿਹਾ ਆਨੰਦ ਹੈ, ਫਿਰ ਇਸੇ ਪ੍ਰਕਾਰ ਮਾਇਆ ਦਾ ਕਿਹੋ ਜਿਹਾ ਸੁਭਾਅ ਹੈ। ਇਉਂ ਮਹਾਰਾਜ ਕਹਿੰਦੇ ਜਗਿਆਸੂ ਰੂਪ ਸਖੀਆਂ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸੁਹਾਗਣ ਨੂੰ ਪੁੱਛਦੀਆਂ ਨੇ। ਇਹ ਸਭ ਕੁਝ ਬੜੇ ਖੁਸ਼ੀ ਪ੍ਰਤੀਤ ਹੋ ਕਰਕੇ ਦੱਸ ਦਿੰਦੀ ਹੈ, ਪਰ ਜਦੋਂ ਕਹਿੰਦੀ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਕਿਹੋ ਜਿਹਾ ਹੈ, ਤੇ ਫਿਰ ਉਸ ਸਮੇਂ ਚੁੱਪਤਾ ਹੀ ਧਾਰਨ ਕਰਨੀ ਪੈਂਦੀ ਹੈ, ਕਿਉਂਕਿ ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਆਨੰਦ ਕੋਈ ਕਥਨ ਕਰ ਹੀ ਨਹੀਂ ਸਕਦਾ, ਕਿੰਨਾ ਆਨੰਦ ਹੈ। ਮਹਾਰਾਜ ਜੀ ਦੇ ਬਚਨ ਹਨ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਕਹਿਣ ਦੇ ਨਾਲ ਸੋਭਾ ਨਹੀਂ ਹੈ, ਜਿਨ੍ਹਾਂ ਨੇ ਆਨੰਦ ਮਾਣਿਆ ਉਹ ਹੀ ਜਾਣ ਸਕਦੇ ਆ, ਔਰ ਇਸ ਪ੍ਰਕਾਰ ਆਨੰਦ ਪ੍ਰਾਪਤ ਕਰਕੇ ਉਹ ਦੱਸ ਨਹੀਂ ਸਕਦੇ, ਗੂੰਗੇ ਨੂੰ ਗੁੜ ਖਵਾਉਣ ਦੀ ਤਰ੍ਹਾਂ ਉਹਨਾਂ ਦੀ ਹਾਲਤ ਬਣ ਜਾਂਦੀ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਦਾ ਕਿੰਨਾ ਆਨੰਦ ਹੈ, ਅਕਹਿ ਆਨੰਦ ਹੈ, ਕਹਿਆ ਨਹੀਂ ਜਾ ਸਕਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਬਖਸ਼ਿਸ਼ ਕਰਦੇ ਆ। ਫਿਰ ਪੰਕਤੀ ਪੜੋ ਜੀ। ਸਖੀਆਂ ਜਿਹੜੀਆਂ ਸਹੇਲੜੀਆਂ ਹੁੰਦੀਆਂ ਨਾ ਜੀਵ ਰੂਪ ਸਖੀ ਦੀਆਂ, ਉਹ ਮਿਲ ਕਰਕੇ ਪੁੱਛਦੀਆਂ ਨੇ, 10 ਕੰਧ ਤੇਰੇ ਪਤੀ ਦੀ ਨਿਸ਼ਾਨੀ ਤਾਂ ਕੋਈ ਦੱਸ। ਜਦੋਂ ਜੋ ਵਾਹਿਗੁਰੂ ਦੇ ਸਰੂਪ ਦਾ ਆਨੰਦ ਪ੍ਰਾਪਤ ਹੋਇਆ, ਕਿੰਨਾ ਕੁ ਆਨੰਦ ਸੀਗਾ। ਮਹਾਰਾਜ ਕਹਿੰਦੇ ਮਿਲ ਕਰਕੇ ਸਹੇਲੜੀਆਂ ਜਿਵੇਂ ਜੀਵ ਰੂਪ ਜਗਿਆਸੂ ਰੂਪ ਸਖੀਆਂ ਪੁੱਛਦੀਆਂ ਹਨ। ਫਿਰ ਕਹਿੰਦੇ ਜਿਹੜੀ ਜੀਵ ਰੂਪ ਸਖੀ ਪਰਮਾਤਮਾ ਦੀ ਪ੍ਰੇਮ ਰਸ ਦੇ ਵਿੱਚ ਭਰੀ ਹੁੰਦੀ ਹੈ, ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਕਰਕੇ ਭਰੀ ਹੁੰਦੀ ਹੈ, ਤੇ ਕੁਝ ਬੋਲ ਜਾਣਦੀ ਨਹੀਂ ਹੈ ਕਿ ਮੈਂ ਕੀ ਬੋਲ ਕਰਕੇ ਦੱਸਾਂ, ਕਿਹੜੇ ਬੋਲ ਕਰਕੇ ਦੱਸਾਂ, ਕਿਹਦੀ ਤੁਲਨਾ ਦੇ ਕਰਕੇ ਦੱਸਾਂ ਕਿ ਵਾਹਿਗੁਰੂ ਦੀ ਪ੍ਰਾਪਤੀ ਦਾ ਅਜਿਹਾ ਆਨੰਦ ਹੈ, ਦੱਸਿਆ ਨਹੀਂ ਜਾ ਸਕਦਾ। ਕੈਸੇ ਮੈਂ ਬੋਲ ਤੁਹਾਨੂੰ ਕਹਿ ਕਰਕੇ ਦੱਸਾਂ। ਮਹਾਰਾਜ ਕਹਿੰਦੇ ਕਛ ਬੋਲ ਨਾ ਜਾਣੀ। ਉਹ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਜੋ ਮਹਾਤਮਾ ਰੂਪ ਸਖੀ ਹੁੰਦੀ ਹੈ, ਕੁਝ ਬੋਲ ਕਰਕੇ ਦੱਸ ਨਹੀਂ ਸਕਦੀ। ਇਉਂ ਕਹਿੰਦੇ ਹਨ ਕਿ ਸ਼ਰਧਾ ਰੂਪੀ ਫਿਰ ਚੁੱਪਤਾ ਹੀ ਧਾਰਨ ਕਰਨੀ ਪੈਂਦੀ ਹੈ। ਕਿਉਂਕਿ ਪਰਮਾਤਮਾ ਦੇ ਗੁਣ ਜਿਹੜੇ ਹਨ ਬੜੇ ਗੂੜ ਹਨ, ਬੜੇ ਡੂੰਘਾਈ ਵਾਲੇ ਹਨ। ਫਿਰ ਗੁਪਤ ਕਰਤੇ ਗੂੜ ਹਨ ਤੇ ਗੁਪਤ ਵੀ ਐਸੇ ਪਰਮਾਤਮਾ ਜੀ ਦੇ ਗੁਣ ਆ ਜਿਹੜੇ ਕਥਨ ਨਹੀਂ ਕੀਤੇ ਜਾਣ ਸਕਦੇ। ਗੂੜ ਇੰਨੇ ਡੂੰਘਾਈ ਵਾਲੇ ਜਿਹੜੇ ਕਹੇ ਨਹੀਂ ਜਾ ਸਕਦੇ, ਤੇ ਇੰਨੇ ਪਰਮਾਤਮਾ ਦੇ ਗੁਪਤ ਤੇ ਬੇਅੰਤ ਗੁਣ ਹਨ ਜਿਨ੍ਹਾਂ ਨੂੰ ਜਾਣਿਆ ਨਹੀਂ ਜਾ ਸਕਦਾ। ਐਸੇ ਕਰਨਹਾਰ ਪਰਮੇਸ਼ਰ ਦੇ ਗੁਣ ਹਨ। ਕਿਉਂਕਿ ਜਿਹੜੇ ਨਿਗਮ ਵੇਦ ਹੈ ਨਾ, ਤਿਨਾਂ ਨੇ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਿਆ, ਤੇ ਫਿਰ ਜੀਵ ਭਲਾ ਕਿਵੇਂ ਅੰਤ ਪਾ ਸਕੇਗਾ। ਨਿਗਮ ਬ੍ਰਹਮਾ ਜੀ ਨੇ ਉਚਾਰਨ ਕੀਤੇ ਹੋ ਵੇਦ ਵੀ ਨਹੀਂ ਅੰਤ ਪਾ ਸਕਦੇ, ਬ੍ਰਹਮਾ ਜੀ ਆਪ ਵੀ ਅੰਤ ਨਹੀਂ ਪਾ ਸਕਦੇ। ਇਹ ਜੀਵ ਆਪਣਾ ਭਲਾ ਕਿਵੇਂ ਵਾਹਿਗੁਰੂ ਦੇ ਗੁਣਾਂ ਦਾ ਅੰਤ ਪਾ ਸਕੇਗਾ। ਨੇਤ ਨੇਤ ਕਥੰਤ ਵੇਦਾ, ਬੇਅੰਤ 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 ਕੋ ਕਰੰਤ ਪਾਠ ਵੇਖੀ ਹੈ। ਮਹਾਰਾਜ ਕਹਿੰਦੇ ਉਹਨੂੰ ਬੇਅੰਤ ਨੂੰ ਕਦੇ ਵੀ ਨਹੀਂ ਕਿਹਾ ਜਾ ਸਕਦਾ ਕਿ ਤੇਰਾ ਸੇ ਅੰਤ ਪਾ ਸਕਦੇ ਹਾਂ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਭਗਤ ਹਨ, ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਆ, ਹਿਰਦੇ ਅੰਦਰ ਭਾਈ ਪ੍ਰੇਮ ਧਾਰਨ ਕਰਕੇ ਪਰਮੇਸ਼ਰ ਦੀ ਭਗਤੀ ਕਰਦੇ ਹਨ। ਉਹ ਫਿਰ ਸਦਾ ਹੀ ਜੀਵਨ ਭਰ ਪਰਮੇਸ਼ਰ ਦੇ ਗੁਣ ਗਾਉਂਦੇ ਹਨ।
ਸਾਰੇ ਗੁਣ ਤੇ ਸ੍ਰੇਸ਼ਟ ਗਿਆਨ ਪਰਮੇਸ਼ਰ ਦੀ ਪ੍ਰਾਪਤੀ ਦਾ। ਆਪਣੇ ਪ੍ਰਭ ਭਾਣੀ ਮਹਾਰਾਜ ਕਹਿੰਦੇ ਉਹ ਜੀਵ ਰੂਪ ਸਖੀ ਆਪਣੇ ਪ੍ਰਭੂ ਪਰਮੇਸ਼ਰ ਨੂੰ ਭਾ ਗਈ ਹੈ, ਜਿਸ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਸ਼ੁਭ ਗੁਣ ਸੰਪੰਨ ਕਰ ਦਿੱਤੇ ਹਨ, ਸ਼ੁਭ ਗੁਣਾਂ ਦੇ ਸਹਿਤ ਬਣਾ ਦਿੱਤਾ ਹੈ। ਫਿਰ ਸੋ ਗਿਆਨ ਸ੍ਰੇਸ਼ਟ ਗਿਆਨ ਵੀ ਹਿਰਦੇ ਅੰਦਰ ਬਖਸ਼ਿਆ, ਆਪਣੇ ਚਰਨਾਂ ਦਾ ਪਿਆਰ ਬਖਸ਼ਿਆ, ਉਹ ਫਿਰ ਆਪਣੇ ਪ੍ਰਭੂ ਨੂੰ ਜੀਵ ਰੂਪ ਸਖੀ ਭਾ ਗਈ ਹੈ। ਬੰਤ ਨਾਨਕ ਰੰਗ ਰਾਤੀ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹ ਜੀਵ ਰੂਪ ਸਖੀ ਪ੍ਰਮਾਤਮਾ ਦੇ ਆਨੰਦ ਦੇ ਵਿੱਚ ਰੰਗੀ ਹੈ। ਪ੍ਰੇਮ ਸਹਿਜ ਸਮਾਣੀ ਔਰ ਕਿਉਂਕਿ ਉਹਨੇ ਪ੍ਰੇਮ ਦੇ ਸਹਿਤ ਹੋ ਕਰਕੇ ਸਹਿਜ ਹਿਰਦੇ ਅੰਦਰ ਸ਼ਾਂਤੀ ਧਾਰਨ ਕਰਕੇ ਸਹਿਜ ਅਡੋਲਤਾ ਬਣਾ ਕਰਕੇ ਪ੍ਰਮਾਤਮਾ ਦੇ ਵਿੱਚ ਸਮਾਉਣਾ ਕੀਤਾ। ਪ੍ਰੇਮ ਸਹਿਜ ਸਮਾਣੀ, ਪ੍ਰੇਮ ਹਿਰਦੇ ਦੀ ਸ਼ਾਂਤੀ ਬਣਾ ਕੇ ਸਹਿਜ ਹਿਰਦੇ ਅੰਦਰ ਸਾਧ ਸੰਗਤ ਜੀ ਗਿਆਨ ਦੀ ਪ੍ਰਾਪਤੀ ਕਰਕੇ ਅਡੋਲ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਸਮਾਉਣਾ ਹੋਇਆ ਹੈ। ਸੁਖ ਸੋਹਿਲੜੇ ਜੋ ਪ੍ਰਮਾਤਮਾ ਦੀ ਪ੍ਰਾਪਤੀ ਦਾ ਸੁਖ ਹੈ, ਇਹ ਬੜਾ ਹੀ ਸਾਧ ਸੰਗਤ ਜੀ ਸੁਭਾਗਾ। ਸੁਖ ਸੋਹਿ ਲੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੇ ਵਾਸਤੇ ਜੀਵ ਨੂੰ ਵਾਹਿਗੁਰੂ ਦੇ ਸੋਹਲੇ ਗਾਉਣੇ ਪੈਂਦੇ ਹੈ। ਹੇ ਜੀਵ ਪ੍ਰਮਾਤਮਾ ਦੇ ਸੋਹਲੜੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਿਆ ਕਰ। ਪ੍ਰਮਾਤਮਾ ਦੇ ਸੋਹਲੇ ਗਾਉਣੇ ਔਰ ਸੋਹਲੜੇ ਪ੍ਰੀਤ ਦੇ ਨਾਲ ਪਿਆਰ ਵਿੱਚ ਭਿੱਜ ਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣ ਗਾਏ ਹਨ, ਹਰ ਗਾਵਣ ਲਾਗੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪਿਆਰੇ ਗਾਉਣ ਲੱਗੇ ਹਨ। ਸਾਜਨ ਸਰਸੇੜੇ ਔਰ ਜਿਹੜੇ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ ਸੱਚੇ ਸੱਜਣ ਹਨ, ਸਰਸੇੜੇ ਮਹਾਰਾਜ ਕਹਿੰਦੇ ਸਹਿਤ ਰਸ ਦੇ ਹੋ ਗਏ ਹੈ। ਸਰਸੇੜੇ ਪਰਮੇਸ਼ਰ ਦੇ ਸਹਿਤ ਪ੍ਰੇਮ ਰਸ ਦੇ ਹੋ ਗਏ ਹਨ। ਦੁਸ਼ਮਨ ਭਾਗੇ ਫਿਰ ਤਿਨਾਂ ਦੇ ਜਨਮ ਮਰਨ ਦੇ ਦੁੱਖ ਭੱਜ ਗਏ ਐ। ਦੁਸ਼ਮਣਾਂ ਦੀ ਤਰ੍ਹਾਂ ਜਿਹੜੇ ਵਿਕਾਰ ਸਨ ਉਹ ਵੀ ਭੱਜ ਗਏ ਹਨ। ਬਾਰ-ਬਾਰ ਦੁੱਖ ਦਿੰਦੇ ਸਨ, ਬਾਰ-ਬਾਰ ਆਪਣੇ ਵਸ ਵਿੱਚ ਕਰਕੇ ਰੱਖਦੇ ਸਨ। ਉਹਨਾਂ ਦੇ ਵਿਕਾਰਾਂ ਨੂੰ ਵੀ ਦੁਸ਼ਮਣ ਵੀ ਭੱਜ ਗਏ ਐ, ਜਿਨ੍ਹਾਂ ਨੇ ਸਹਿਤ ਰਸ ਦੇ ਹੋ ਕੇ ਵਾਹਿਗੁਰੂ ਦੇ ਗੁਣ ਗਾਏ ਹਨ। ਸਹਿਜ ਸਰਸੇ ਹਰ ਨਾਮ ਰਹਿਸੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਹਰ ਸਮੇਂ ਰਤੇ ਰਹਿੰਦੇ ਐ। ਸੁਖ ਸਹਿਜ ਸਰਸੇ ਜਿਹੜੇ ਹਿਰਦੇ ਦੀ ਅਡੋਲਤਾ ਬਣਾ ਕੇ ਪ੍ਰਮਾਤਮਾ ਦੇ ਸੁਖ ਸਰੂਪ ਦੇ ਵਿੱਚ ਸਹਿਤ ਰਸ ਦੇ ਹੁੰਦੇ ਹਨ। ਆਪ ਕਿਰਪਾ ਧਾਰਿਆ ਕਿਉਂਕਿ ਤਿਨਾਂ ਤੇ ਪ੍ਰਭੂ ਨੇ ਆਪ ਕਿਰਪਾ ਧਾਰਨ ਕੀਤੀ ਹੈ। ਵਾਹਿਗੁਰੂ ਨੇ ਆਪ ਤਿਨਾਂ ਤੇ ਬਖਸ਼ਿਸ਼ ਕੀਤੀ ਹੈ, ਹਿਰਦੇ ਅੰਦਰ ਪ੍ਰੇਮ ਰਸ ਬਖਸ਼ਿਆ, ਜਿਸ ਕਰਕੇ ਵਾਹਿਗੁਰੂ ਦੇ ਰਸ ਦੇ ਵਿੱਚ ਲੀਨ ਹੋਏ ਰਹਿੰਦੇ ਹਨ। ਚਰਨ ਲਾਗੇ ਸਦਾ ਜਾਗੇ ਗਰੀਬ ਨਵਾਜ ਮਹਾਰਾਜ ਕਹਿੰਦੇ ਜੋ ਵਾਹਿਗੁਰੂ ਦੇ ਚਰਨਾਂ ਨਾਲ ਲੱਗੇ ਰਹਿੰਦੇ ਆ ਨਾ, ਉਹ ਸਦਾ ਹੀ ਜਾਗਦੇ ਹਨ, ਕਦੇ ਵੀ ਸੌਂਦੇ ਨਹੀਂ ਹੈ। ਗੁਰਮੁਖ ਜਾਗੈ ਗੁਰਮੁਖ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ ਗੁਰਮੁਖਾਂ ਦੇ ਹਿਰਦੇ ਅੰਦਰ ਰਾਤ ਵੀ ਦਿਨੇ ਵੀ ਪ੍ਰਮਾਤਮਾ ਦੀ ਉਸਤਤ ਹੁੰਦੀ ਰਹਿੰਦੀ ਹੈ। ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ, ਤਿਨਾਂ ਦੇ ਜੀਵਨ ਦੀ ਬੜੀ ਪਿਆਰੀ ਗਾਥਾ ਹੈ ਸਾਧ ਸੰਗਤ ਜੀ। ਇੱਕ ਵਾਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਡਿਊਟੀ ਲਾ ਕੇ ਆਏ ਸਨ, ਗੁਰਬਾਣੀ ਦਾ ਪਾਠ ਕਰਦੇ ਹੋਏ ਆਏ। ਜਿਵੇਂ ਪਾਠੀ ਸਿੰਘ ਰੌਲ ਲਾਉਂਦੇ ਆ ਨਾ, ਇਵੇਂ ਰੌਲ ਲਾ ਕੇ ਆਏ ਤੇ ਨਿਤਨੇਮ ਕਰਦਿਆਂ ਹੋਇਆਂ ਆਪਣੇ ਆਸਣ ਤੇ ਆ ਕੇ ਬਿਰਾਜ ਗਏ ਸਨ ਵਿਸ਼ਰਾਮ ਕਰਨ ਦੇ ਵਾਸਤੇ। ਤੇ ਬਰੜਾ ਕੇ ਸੁਪਨੇ ਦੇ ਵਿੱਚ ਵੀ ਉੱਥੋਂ ਗੁਰਬਾਣੀ ਦਾ ਪਾਠ ਪੜ੍ਹ ਰਹੇ ਉੱਚੀ ਆਵਾਜ਼ ਦੇ ਵਿੱਚ ਜਿੱਥੋਂ ਛੱਡ ਕੇ ਆਏ ਸਨ, ਜਿੱਥੋਂ ਪਾਠੀ ਸਿੰਘ ਨੇ ਛੱਡਿਆ ਸੀ ਨਾ ਹੋਰ ਰੌਲ ਲਾਉਣ ਵਾਸਤੇ, ਉੱਥੋਂ ਹੀ ਬਰੜਾ ਕਰਕੇ ਉੱਚੀ ਆਵਾਜ਼ ਦੇ ਵਿੱਚ ਪਾਠ ਕਰਨਾ ਸ਼ੁਰੂ ਕਰ ਦਿੱਤਾ। ਸਿੰਘ ਜਥੇ ਦੇ ਜਿਹੜੇ ਨਾਲ ਸਿੰਘ ਸਨ, ਤਿਨਾਂ ਨੇ ਪੋਥੀਆਂ ਸਭ ਪ੍ਰਕਾਸ਼ ਕਰਕੇ ਦੇਖੀਆਂ, ਇੱਕ ਵੀ ਲਗ ਮਾਤਰ ਦਾ ਕੋਈ ਫਰਕ ਨਹੀਂ ਸੀ ਪੈ ਰਿਹਾ। ਲੰਬੇਰਾ ਸਮਾਂ ਕਿੰਨਾ ਸਮਾਂ ਮਹਾਂਪੁਰਖੇ ਉਹ ਪਾਠ ਕਰੀ ਜਾ ਰਹੇ ਸਨ ਸੁਪਨੇ ਵਿੱਚ ਬਰੜਾ ਕੇ ਵੀ। ਮਹਾਰਾਜ ਕਹਿੰਦੇ ਜੋ ਗੁਰੂ ਸ਼ਬਦ ਰੂਪ ਚਰਨਾਂ ਦੇ ਨਾਲ ਜੁੜ ਜਾਂਦੇ ਆ ਨਾ, ਉਹ ਰਾਤ ਵੀ ਦਿਨੇ ਵੀ ਜਾਗਰਤ ਅਵਸਥਾ ਵਿੱਚ ਰਹਿੰਦੇ ਆ। ਉਹ ਗੁਰਮੁਖ ਪਿਆਰੇ ਸੁਪਨੇ ਵਿੱਚ ਬਰੜਾ ਕੇ ਵੀ ਪ੍ਰਮਾਤਮਾ ਦਾ ਹੀ ਨਾਮ ਜਪ ਰਹੇ ਹੁੰਦੇ ਆ, ਜਿਨ੍ਹਾਂ ਬਾਬਤ ਮਹਾਰਾਜ ਸ਼ਿਵ ਜੀ ਨੇ ਭਗਤ ਰਸਨਾ ਦੁਆਰਾ ਉਚਾਰਨ ਕੀਤਾ ਹੈ।
ਕਬੀਰ ਸੁਪਨੈ ਹੂ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਕੇ ਪੱਗ ਕੀ ਪਾਨਹੀ ਮੇਰੇ ਤਨ ਕੋ ਚਾਮ। ਕਹਿੰਦੇ ਹਨ ਭਗਤ ਕਬੀਰ ਸਾਹਿਬ ਜੀ ਉਚਾਰਨ ਕੀਤਾ, ਕਹਿੰਦੇ ਸਾਡੇ ਤਨ ਦਾ, ਸਰੀਰ ਦਾ ਇਹ ਜੋੜਾ ਬਣਾ ਕੇ, ਜੁੱਤੀ ਬਣਾ ਕੇ ਉਹਨਾਂ ਦੇ ਚਰਨੀ ਪਾ ਦੋ, ਜਿਨ੍ਹਾਂ ਨੂੰ ਸੁੱਤਿਆਂ ਹੋਇਆਂ ਵੀ ਰੱਬ ਕਦੇ ਭੁੱਲਦਾ ਨਹੀਂ ਹੈ। ਸੁਪਨੇ ਵਿੱਚ ਬਰੜਾ ਕੇ ਵੀ ਪ੍ਰਮਾਤਮਾ ਦਾ ਸਿਮਰਨ ਕਰ ਰਹੇ ਹੁੰਦੇ ਆ। ਐਸਾ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਹੈ, ਜੋ ਗੁਰੂ ਚਰਨਾਂ ਦੇ ਨਾਲ ਜੁੜ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਰਾਤ ਦਿਨੇ ਉਹ ਜਾਗਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਬਨ ਵਾਰੀਆ, ਬਨ ਨਾਮ ਜੰਗਲ ਦਾ ਹੈ, ਤੇ ਵਾਰੀਆ ਕਹਿੰਦੇ ਵਾਲੀ ਨੂੰ। ਸੰਸਾਰ ਰੂਪੀ ਜੰਗਲ ਦਾ ਵਾਲੀ ਮਾਲਕ ਕੌਣ ਹੈ? ਵਾਲੀ ਵਾਰਿਸ ਕੌਣ ਹੈ? ਪਰਮਾਤਮਾ। ਮਹਾਰਾਜ ਕਹਿੰਦੇ ਸੰਸਾਰ ਰੂਪੀ ਜੰਗਲ ਦਾ ਮਾਲਕ ਬਨਵਾਰੀਆ ਅਕਾਲ ਪੁਰਖ ਵਾਹਿਗੁਰੂ ਤਿਨਾਂ ਨੂੰ ਮਿਲਿਆ ਹੈ। ਜਿਨ੍ਹਾਂ ਦੇ ਜੀਵਨ ਦੇ ਅੰਦਰ ਸ਼ੁਭ ਦਿਨ ਆ ਗਏ ਹੈ ਨਾ ਪਰਮੇਸ਼ਰ ਦੀ ਪ੍ਰਾਪਤੀ ਦੇ, ਤਿਨਾਂ ਨੇ ਪ੍ਰਮਾਤਮਾ ਨੂੰ ਪਾਇਆ। ਸ਼ੁਭ ਦਿਵਸ ਆਏ, ਕਿਉਂਕਿ ਜਿਵੇਂ ਸੁਭਾਵਿਕ ਹੀ ਹੈ ਨਾ, ਮਨੁੱਖ ਦੀ ਜ਼ਿੰਦਗੀ ਵਿੱਚ ਜਦੋਂ ਸੁੱਖ ਆਉਣੇ ਸ਼ੁਰੂ ਹੁੰਦੇ ਹਨ, ਸੁੱਖਾਂ ਨੂੰ ਮਾਣਦਾ ਤੇ ਸੁਭਾਵਿਕ ਹੀ ਆਪਾਂ ਕਹਿੰਦੇ ਆ ਜੀ ਬੰਦੇ ਦੇ ਹੁਣ ਚੰਗੇ ਦਿਨ ਆ ਗਏ ਆ, ਇਹ ਜ਼ਿੰਦਗੀ ਦੇ ਹੁਣ ਚੰਗੇ ਦਿਨ ਆ ਗਏ, ਸਾਨੂੰ ਰੱਬ ਨੇ ਸੁੱਖ ਦਿੱਤੇ ਆ। ਪਹਿਲਾਂ ਤਾਂ ਦਿਨ ਕੱਟੇ ਕਰਦੇ ਸਾਂ, ਪਹਿਲਾਂ ਜ਼ਿੰਦਗੀ ਬੜੀ ਦੁੱਖਾਂ ਭਰੀ ਬਤੀਤ ਕਰ ਰਹੇ ਸਾਂ, ਬੜੇ ਦੁੱਖ ਸਨ, ਬੜੀਆਂ ਔਕੜਾਂ ਸਨ ਜ਼ਿੰਦਗੀ ਦੇ ਵਿੱਚ, ਪਰ ਪ੍ਰਮਾਤਮਾ ਨੇ ਹੁਣ ਕਿਰਪਾ ਕੀਤੀ ਹੈ, ਸਾਨੂੰ ਸੁੱਖ ਬਖਸ਼ੇ ਨੇ, ਸਹੂਲਤਾਂ ਦਿੱਤੀਆਂ ਨੇ, ਸੁੱਖਾਂ ਨੂੰ ਭੋਗ ਰਹੇ ਆ, ਸੁੱਖ ਮਾਣਦੇ ਪਏ ਆ। ਤੇ ਮਹਾਰਾਜ ਕਹਿੰਦੇ ਫਿਰ ਦੁਨੀਆ ਦੇ ਲੋਕ ਇਹ ਗੱਲਾਂ ਕਰਦੇ ਆ ਕਿ ਇਹਦੇ ਹੁਣ ਦਿਨ ਚੰਗੇ ਆ ਗਏ, ਜਾਂ ਫਿਰ ਕਿਹਾ ਜਾਂਦਾ ਤੇ ਦਿਨ ਮੁੜ ਆਏ ਆ, ਚੰਗੇ ਦਿਨ ਵਾਪਸ ਆ ਗਏ ਨੇ। ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆ, ਫਿਰ ਪੜੋ ਜੀ, ਸਹਿਜ ਅਡੋਲ ਪ੍ਰਮਾਤਮਾ ਜੀ ਦੇ ਸਰੂਪ ਨੂੰ ਪਾਇਆ। ਕਦੋਂ? ਜਦੋਂ ਸ਼ੁਭ ਦਿਵਸ ਆਏ, ਜਦੋਂ ਜੀਵ ਦੇ ਚੰਗੇ ਦਿਨ ਆਏ ਐ, ਪੂਰਬਲੇ ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟਿਆ ਤੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਪ੍ਰਾਪਤ ਹੋਈ ਐ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਸਗਲ ਨਿਧ ਪ੍ਰਭ ਪਾਗੇ। ਸਾਰੀਆਂ ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਨੂੰ ਪਾ ਲਿਆ। ਜਦੋਂ ਸ਼ੁਭ ਦਿਨ ਆਏ ਐ, ਜਦੋਂ ਜੀਵ ਦੇ ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟਿਆ ਔਰ ਸਾਰੀਆਂ ਨਿਧੀਆਂ ਮਹਾਰਾਜ ਸਾਹਿਬ ਜੀ ਦੇ ਪਾਗੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੋ ਗਈਆਂ ਨੇ। ਸਤਿਗੁਰੂ ਜੀ ਦੇ ਚਰਨਾਂ ਦੇ ਪਿਆਰ ਕਰਕੇ ਸਭ ਮਹਾਰਾਜ ਕਹਿੰਦੇ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਮਿਲ ਪਿਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਹੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਹੇ ਮਾਲਕ ਪਰਮੇਸ਼ਰ ਤੁਹਾਡੀ ਸ਼ਰਨ ਧਾਰਨ ਕੀਤੀ ਹੈ। ਮਹਾਰਾਜ ਜਿਵੇਂ ਆਪ ਜੀ ਦੇ ਪਿਆਰੇ ਹਰੀ ਪਰਮੇਸ਼ਰ ਤੁਹਾਡੇ ਜਿਹੜੇ ਜਨ ਦਾਸ ਹੈ ਨਾ, ਸਦਾ ਹੀ ਤਾਗੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ। ਤੱਗ ਜਿਨ੍ਹਾਂ ਨੇ ਮਹਾਰਾਜ ਸ੍ਰੇਸ਼ਟ ਤਦ ਤੋਂ ਦਾ ਸੋਧਨ ਜਿਨ੍ਹਾਂ ਨੇ ਜਾਣਦੇ ਆ, ਗਿਆਨ ਦੀ ਪ੍ਰਾਪਤੀ ਕਰਕੇ, ਜਿਨ੍ਹਾਂ ਨੇ ਤਤ ਸਰੂਪ ਦੀ ਪ੍ਰਾਪਤੀ ਕਰ ਲਈ ਹੈ, ਜਿਨ੍ਹਾਂ ਨੇ ਤਤ ਪਰਮੇਸ਼ਰ ਪ੍ਰਮਾਤਮਾ ਅਕਾਲ ਪੁਰਖ ਜੀ ਦੇ ਸਰੂਪ ਨੂੰ ਜਾਣਦੇ ਆ ਕਿ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਵਿੱਚ ਤੁਹਾਡਾ ਸਰੂਪ ਵਰਤ ਰਿਹਾ ਹੈ, ਜਿਨ੍ਹਾਂ ਨੇ ਇੱਕ ਵਾਹਿਗੁਰੂ ਜੀ ਦੇ ਤਤ ਸਰੂਪ ਦੀ ਪਹਿਚਾਣ ਕਰ ਲਈ ਹੈ। ਹਜੂਰ ਕਹਿੰਦੇ ਹਨ ਤਿਨਾਂ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਆਪਣੇ ਚਰਨਾਂ ਦੇ ਨਾਲ ਤਿਨਾਂ ਗੁਰਮੁਖਾਂ ਨੂੰ ਜੋੜ ਕਰਕੇ ਰੱਖਿਆ। ਤਿਨਾਂ ਵਾਹਿਗੁਰੂ ਦੇ ਪਿਆਰਿਆਂ ਨੂੰ ਹੀ ਸੰਸਾਰ ਰੂਪੀ ਜੰਗਲ ਦਾ ਵਾਲੀ ਪ੍ਰਮਾਤਮਾ ਮਿਲਿਆ, ਜੋ ਸਾਰੇ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਹੈ, ਸਭ ਦੀ ਪਾਲਣਾ ਕਰਨ ਵਾਲਾ ਹੈ, ਸਭ ਦੀ ਦੇਖ ਰੇਖ ਕਰਨ ਵਾਲਾ ਜੋ ਪਰਮੇਸ਼ਰ ਹੈ। ਤਿਨਾਂ ਵਾਹਿਗੁਰੂ ਦੇ ਪਿਆਰੇ ਸਤਿਪੁਰਸ਼ਾਂ ਨੂੰ ਪ੍ਰਾਪਤ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ।
ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਭ ਦਿਵਸ ਆਏ ਸਹਿਜ ਪਾਏ, ਸਾਗਲ ਨਿਰਦ ਪ੍ਰਭ ਪਾਗੇ। ਬਿਨਵੰਤ ਨਾਨਕ ਸਰਨ ਸੁਆਮੀ, ਸਦਾ ਹਰਿ ਜਨ ਤਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।